ਭਗਤੀ ਮੂਵਮੈਂਟ ਇਨ ਪੰਜਾਬ। ਤਾਂ ਜਿਹੜੀ ਭਗਤੀ ਮੂਵਮੈਂਟ ਸੀ ਮੈਡੀਵਲ ਟਾਈਮ ਪੀਰੀਅਡ 'ਚ ਕਾਫੀ ਪ੍ਰਚਲਿਤ ਸੀਗੀ। ਭਗਤੀ ਮੂਵਮੈਂਟ ਦਾ ਉਹ ਦੌਰ ਸੀਗਾ। ਪਰ ਜਦੋਂ ਭਗਤੀ ਮੂਵਮੈਂਟ ਚੱਲ ਰਹੀ ਸੀ ਜਾਂ ਜਦੋਂ ਉਹਦਾ origin ਹੋਇਆ, ਤਾਂ ਸਮਾਜ 'ਚ ਸੋਸ਼ਲ ਕੰਡੀਸ਼ਨਸ ਕਿਸ ਤਰੀਕੇ ਦੀ ਸੀਗੀਆਂ, ਇਹ ਸਟੱਡੀ ਕਰਨਾ ਵੀ ਆਪਣੇ ਲਈ ਜ਼ਰੂਰੀ ਹੈ। ਭਗਤੀ ਮੂਵਮੈਂਟ ਲਈ ਆਪਾਂ ਇਹ ਸਮਝਣਾ ਹੈਗਾ, ਜੋ ਨਾਰਥ ਇੰਡੀਆ 'ਚ ਭਗਤੀ ਮੂਵਮੈਂਟ ਸੀ ਉਹੀ ਪੰਜਾਬ 'ਚ ਸੀ। ਤਾਂ ਪੰਜਾਬ ਸਪੈਸੀਫਿਕ ਕੰਟੈਕਸਟ 'ਚ ਜੇ ਗੱਲ ਕਰੀਏ, ਤਾਂ ਜਿਹੜਾ ਸਿੱਖੀਜ਼ਮ ਹੈਗਾ ਭਗਤੀ ਮੂਵਮੈਂਟ 'ਚ ਜ਼ਿਆਦਾ ਆਪਾਂ ਉਹ ਸਟੱਡੀ ਕਰਾਂਗੇ। ਸੋਸ਼ਲ ਕੰਡੀਸ਼ਨਸ, ਹੋਲੋ ਰਿਚੁਅਲਸ ਫੋਲੋ ਕਰ ਰਹੇ ਸੀ ਆਪਾਂ। ਬਲਾਈਂਡ ਫੇਥ ਐਂਡ ਸੁਪਰਸਟੀਸ਼ਨ, ਕਾਫੀ ਜ਼ਿਆਦਾ ਅੰਧ ਵਿਸ਼ਵਾਸ ਸੀ ਲੋਕਾਂ ਦੇ ਵਿੱਚ। ਤਾਂ ਜਿਹੜੀ ਸੋਸ਼ਲ ਕੰਡੀਸ਼ਨ ਸੀ ਜਾਂ ਰਿਲੀਜਨ ਸੀ, ਉਹ 'ਚ ਕਾਫੀ ਗਿਰਾਵਟ ਆ ਗਈ ਸੀ। ਬ੍ਰਾਹਮਣੀਕਲ ਡੋਮੀਨੈਂਸ ਸੀ, ਜਿਹੜੇ ਬ੍ਰਾਹਮਣ ਸੀਗੇ ਉਹ ਡੋਮੀਨੇਟ ਕਰਦੇ ਸੀ ਸੁਸਾਇਟੀ 'ਚ। ਜਿਹੜੇ ਬਾਕੀ ਕਾਸਟ ਸੀਗੀਆਂ, ਕਸ਼ਤਰੀਆਸ, ਵੈਸ਼ਿਆ, ਸ਼ੂਦਰਾਸ ਜਾਂ ਅਨਟਚੇਬਲਸ, ਚੰਡਾਲਸ, ਉਹਨਾਂ ਕੋਲ ਪਾਵਰ ਘੱਟ ਸੀਗੀ। ਅਨਟਚੇਬਿਲਟੀ ਦਾ ਬੋਲਬਾਲਾ ਸੀਗਾ। ਕਾਸਟ ਸਿਸਟਮ ਇਹਨਾਂ ਰਿਜਿਡ ਸੀ, ਤੇ ਕਾਸਟ ਸਿਸਟਮ 'ਚ ਸਭ ਤੋਂ ਥੱਲੇ ਜਿਹੜੇ ਚੰਡਾਲਸ ਹੁੰਦੇ ਸੀ, ਅਨਟਚੇਬਲਸ ਹੁੰਦੇ ਸੀਗੇ, ਉਹ ਜਿਹੜੇ ਹੁੰਦੇ ਸੀਗੇ ਉਹਨਾਂ ਨਾਲ ਕਾਫੀ ਡਿਸਕ੍ਰਿਮੀਨੇਟ ਕੀਤਾ ਜਾਂਦਾ ਸੀਗਾ, ਛੂਆ-ਛਾਤ ਕੀਤੀ ਜਾਂਦੀ ਸੀਗੀ। ਪ੍ਰੀਸਟਹੁੱਡ ਕਲਾਸ ਦਾ ਬੋਲਬਾਲਾ ਸੀਗਾ, ਤਾਂ ਬ੍ਰਾਹਮਣ ਸੀਗੇ ਹਿੰਦੂ ਸੁਸਾਇਟੀ 'ਚ, ਤੇ ਮੁਸਲਿਮ ਸਮੁਦਾਇ 'ਚ ਜਿਹੜੇ ਉਲੇਮਾ ਸੀਗੇ ਉਹ ਵੀ ਆਪਣੀ ਪਾਵਰ ਨੂੰ ਅਬਿਊਜ਼ ਕਰ ਰਹੇ ਸੀ। ਤਾਂ ਇਹ ਸਾਰੀਆਂ ਸੋਸ਼ਲ ਕੰਡੀਸ਼ਨ ਸੀਗੀਆਂ। ਤੇ ਉਸ ਵੇਲੇ ਇੱਕ ਹੋਰ ਚੀਜ਼ ਹੋ ਰਹੀ ਸੀ, ਇਸਲਾਮ ਆ ਰਿਹਾ ਸੀਗਾ। ਤਾਂ ਮੁਸਲਿਮ ਰੂਲਰਸ ਨੇ ਜਦੋਂ ਇਨਵੇਡਰਸ ਆਏ ਸੀਗੇ 12ਵੀਂ ਸਦੀ ਦੇ ਆਸ-ਪਾਸ, 11ਵੀਂ ਸਦੀ ਦੇ ਆਸ-ਪਾਸ, ਇਸਲਾਮ ਭਾਰਤ 'ਚ ਆਉਣਾ ਸ਼ੁਰੂ ਹੋ ਗਿਆ ਸੀਗਾ। ਮੁਗਲ ਪੀਰੀਅਡ 'ਚ ਵੀ ਇਸਲਾਮ ਦਾ ਬੋਲਬਾਲਾ ਸੀਗਾ। ਇਸਲਾਮ ਜਿਹੜਾ ਹੈਗਾ, ਬਹੁਤ ਲੋਕ ਰਿਲੀਜਨ ਅਡੋਪਟ ਕਰ ਰਹੇ ਸੀਗੇ। ਪ੍ਰੋਸੇਲਾਈਟਾਈਜ਼ਿੰਗ ਧਰਮ ਸੀਗਾ ਇਹ, ਤੇ ਜਿਵੇਂ ਔਰੰਗਜ਼ੇਬ ਦੇ ਟਾਈਮ ਪੀਰੀਅਡ 'ਚ ਬਹੁਤ ਕੁਝ ਹੋਇਆ। ਜਾਂ ਵੋਲੰਟਰੀ, ਕਈ ਵਾਰ ਇਸਲਾਮ ਧਰਮ ਕਬੂਲ ਕਰ ਰਹੇ ਸੀ ਬਹੁਤ ਸਾਰੇ ਲੋਕ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇਸਲਾਮ 'ਚ ਉਹਨਾਂ ਦੀ ਰਿਸਪੈਕਟ ਆ, ਇਸਲਾਮ 'ਚ ਇਕੁਐਲਿਟੀ ਆਫ ਮੈਨ ਆ। ਤੇ ਇਹਦੇ ਨਾਲ ਕੀ ਹੋਇਆ, ਅਨਟਚੇਬਲਸ ਅਟਰੈਕਟ ਹੁੰਦੇ ਸੀਗੇ, ਕਿਉਂਕਿ ਸਾਰੇ ਬਰਾਬਰ ਨੇ, ਕੋਈ ਰਿਜਿਡ ਕਾਸਟ ਸਿਸਟਮ ਨਹੀਂ। ਤਾਂ ਕਾਸਟ ਸਿਸਟਮ 'ਚ ਜਿਹੜੇ ਬਾਟਮ ਤੇ ਸੀਗੇ ਉਹ ਅਟਰੈਕਟ ਹੁੰਦੇ ਸੀ ਇਸਲਾਮ ਵੱਲ। ਇਸ ਲਈ ਇੱਕ ਤਰੀਕੇ ਦਾ ਚੈਲੰਜ ਸੀਗਾ ਹਿੰਦੂ ਰਿਫਾਰਮਰਸ ਮੂਹਰੇ। ਤਾਂ ਭਗਤੀ ਮੂਵਮੈਂਟ ਤੇ ਸੂਫੀ ਮੂਵਮੈਂਟ 'ਚ ਫਰਕ ਇੰਨਾ ਹੈਗਾ, ਭਗਤੀ ਮੂਵਮੈਂਟ ਆਪਾਂ ਹਿੰਦੂ ਰਿਫਾਰਮ ਨਾਲ ਜੋੜ ਕੇ ਦੇਖਦੇ ਹਾਂ, ਤੇ ਸੂਫੀ ਮੂਵਮੈਂਟ ਇਸਲਾਮ ਰਿਫਾਰਮ ਨਾਲ। ਭਗਤੀ ਮੂਵਮੈਂਟ 'ਚ ਜਿਹੜੇ ਹਿੰਦੂ ਰਿਫਾਰਮਰ ਸੀਗੇ ਉਹ ਤਿੰਨ ਚੈਲੰਜਸ ਖਿਲਾਫ ਲੜ ਰਹੇ ਸੀਗੇ, ਕਿਉਂਕਿ ਭਗਤੀ ਮੂਵਮੈਂਟ ਜ਼ਿਆਦਾ ਹਿੰਦੂ ਸਮੁਦਾਇ ਦੇ ਰਿਫਾਰਮਰਸ ਹੀ ਸੀਗੇ। ਜਾਂ ਭਗਤੀ ਮੂਵਮੈਂਟ 'ਚ ਆਪਾਂ ਕਹਿ ਸਕਦੇ ਹਾਂ ਗੈਰ ਜਿਹੜੇ ਇਸਲਾਮਿਕ ਸੀਗੇ ਉਹ ਸੀਗੇ ਸਕਾਲਰਸ ਜਾਂ ਸੇਂਟਸ। ਇੱਕ ਤਾਂ ਉਹ ਇਸਲਾਮ ਖਿਲਾਫ ਲੜ ਰਹੇ ਸੀ, ਕਿਉਂ? ਕਿਉਂਕਿ ਇਸਲਾਮ ਨੂੰ ਬਹੁਤ ਸਾਰੇ ਲੋਕ ਕਬੂਲ ਕਰ ਰਹੇ ਸੀ, ਤਾਂ ਬਹੁਤ ਸਾਰੇ ਹਿੰਦੂ ਸਮੁਦਾਇ ਦੇ ਲੋਕਾਂ ਨੂੰ ਲੱਗਿਆ ਕਿ ਇੰਨਾ ਜ਼ਿਆਦਾ ਇਸਲਾਮ ਫੈਲ ਰਿਹਾ ਹੈ, ਕੁਝ ਕੁਰੀਤੀਆਂ ਆ ਗਈਆਂ ਨੇ ਉਹਨਾਂ ਦੇ ਧਰਮ ਦੇ ਵਿੱਚ, ਜਿਹਦੇ ਕਰਕੇ ਇਹ ਸਭ ਹੋ ਰਿਹਾ। ਤਾਂ ਉਹ ਰਿਫਾਰਮ ਕਰਨਾ ਚਾਹੁੰਦੇ ਸੀ ਆਪਣਾ ਹੀ ਧਰਮ। ਬ੍ਰਾਹਮਣੀਕਲ ਡੋਮੀਨੈਂਸ ਦੇ ਖਿਲਾਫ ਹਿੰਦੂ ਰਿਫਾਰਮਰਸ ਜਾਂ ਭਗਤੀ ਮੂਵਮੈਂਟ ਦੇ ਜਿਹੜੇ ਲੋਕ ਸੀਗੇ ਉਹ ਲੜ ਰਹੇ ਸੀਗੇ। ਕਾਰਨ ਇਹ ਸੀ, ਜਿਹੜੇ ਬ੍ਰਾਹਮਣ ਸੀਗੇ ਉਹ ਕਾਸਟ ਸਿਸਟਮ 'ਚ ਕਾਫੀ ਉੱਪਰ ਸੀ, ਤਾਂ ਉਹ ਆਪਣੀ ਪੋਜੀਸ਼ਨ ਨੂੰ ਚੈਲੰਜ ਮੰਨਦੇ ਸੀ ਜੇ ਐਗਜ਼ਿਸਟਿੰਗ ਸਿਸਟਮ 'ਚ ਚੇਂਜਸ ਆਉਂਦੇ ਨੇ। ਤਾਂ ਕੋਈ ਵੀ ਰਿਫਾਰਮ ਦੇ ਉਹ ਅਗੇਂਸਟ ਸੀ, ਉਹਨਾਂ ਖਿਲਾਫ ਲੜਨਾ ਪਿਆ। ਤੇ ਫਿਰ ਜਿਹੜਾ ਕਾਸਟ ਸਿਸਟਮ ਇਹਨਾਂ ਰਿਜਿਡ ਸੀ ਉਹਦੇ ਖਿਲਾਫ ਭਗਤੀ ਮੂਵਮੈਂਟ ਦੇ ਜਿਹੜੇ ਸੇਂਟਸ ਸੀਗੇ ਉਹ ਲੜ ਰਹੇ ਸੀ। ਤੇ ਪੰਜਾਬ 'ਚ ਵੀ ਇਹੀ ਸਭ ਕੁਝ ਹੋ ਰਿਹਾ ਸੀ। ਮੇਨ ਫੀਚਰਸ ਕੀ ਸੀ ਭਗਤੀ ਮੂਵਮੈਂਟ ਦੇ? ਇੱਕ ਤਾਂ ਫੋਕਸ ਹੁੰਦਾ ਸੀ ਚਾਂਟਿੰਗ ਦਾ ਹਾਈਮਸ ਆਫ ਟਰੂ ਲਾਰਡ, ਨਾਮ ਜਪਣ ਤੇ ਫੋਕਸ ਹੁੰਦਾ ਸੀ। ਫਿਰ ਡਿਵੋਸ਼ਨ ਟੁਵਰਡਸ ਗੁਰੂ, ਗੁਰੂ ਇੱਕ ਇੰਪੋਰਟੈਂਟ ਪਰਸਨੈਲਿਟੀ ਸੀ। ਗੁਰੂ ਇੱਕ ਲਿੰਕ ਸੀਗਾ ਬੰਦੇ ਤੇ ਰੱਬ ਦੇ ਵਿੱਚ, ਤਾਂ ਗੁਰੂ ਤੇ ਜ਼ੋਰ ਦਿੱਤਾ ਜਾਂਦਾ ਸੀ ਭਗਤੀ ਡਾਕਟਰੀਨ 'ਚ। ਫਿਰ ਸੈਲਫ ਸਰੈਂਡਰ ਦੀ ਗੱਲ ਕੀਤੀ ਜਾਂਦੀ ਸੀ, ਪੂਰੀ ਡਿਵੋਸ਼ਨ ਹੋਣੀ ਚਾਹੀਦੀ ਆ ਅਕਾਲ ਪੁਰਖ ਜਾਂ ਰੱਬ ਵੱਲ। ਕੋਈ ਆਪਣੀ ਵਿਲ ਨਹੀਂ ਹੋਣੀ ਚਾਹੀਦੀ, ਡਿਵਾਈਨ ਵਿਲ, ਮਤਲਬ ਕਿ ਰੱਬ ਦੇ ਹੁਕਮ 'ਚ ਰਹਿਣਾ ਜਾਂ ਰੱਬ ਦੀ ਰਜ਼ਾ 'ਚ ਰਹਿਣਾ, ਇਸ ਤੇ ਫੋਕਸ ਕੀਤਾ ਜਾਂਦਾ ਸੀਗਾ। ਕਾਸਟ ਸਿਸਟਮ ਨੂੰ ਅਪੋਜ਼ ਕੀਤਾ ਜਾਂਦਾ ਸੀ, ਤੇ ਇਹ ਕਿਹਾ ਜਾਂਦਾ ਸੀ ਸਾਰੇ ਇਕੁਅਲ ਨੇ। ਤਾਂ ਭਗਤਿਜ਼ਮ ਦੇ ਜਿੰਨੇ ਵੀ ਸਕਾਲਰਸ ਨੇ ਜਾਂ ਸੇਂਟਸ ਹੈਗੇ ਨੇ, ਉਹ ਕਾਸਟ ਸਿਸਟਮ ਨੂੰ ਕਾਫੀ ਵਿਰੋਧ ਕਰਦੇ ਸੀਗੇ, ਕਿਉਂਕਿ ਇਹ ਕਾਫੀ ਮਾੜੀ ਚੀਜ਼ ਸੀ। ਆਪਣੀ ਸੋਸ਼ਲ ਕੰਡੀਸ਼ਨਸ ਇਸ ਕਰਕੇ ਖਰਾਬ ਹੋਈ ਸੀ। ਧਰਮ 'ਚ ਗਿਰਾਵਟ ਵੀ ਕਾਸਟ ਸਿਸਟਮ ਨਾਲ ਹੋਈ ਸੀ, ਇਹਦੇ ਰਿਜੈਕਟ ਹੋਣ ਨਾਲ ਹੋਈ ਸੀ। ਫਿਰ ਜਿਹੜੇ ਪੁਰਾਣੇ ਰੀਤੀ ਰਿਵਾਜ ਨੇ, ਅੰਧ ਵਿਸ਼ਵਾਸ ਸੀ,
ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ, ਸੈਕਰੀਫਾਈਸ ਦਾ ਵਿਰੋਧ ਕੀਤਾ ਗਿਆ, ਧਾਰਮਿਕ ਯਾਤਰਾਵਾਂ ਪਿਲਗ੍ਰਿਮੇਜਸ ਦਾ ਵਿਰੋਧ ਕੀਤਾ ਗਿਆ, ਤੇ ਆਈਡਲ ਵਰਸ਼ਿਪ ਦਾ। ਆਈਡਲ ਵਰਸ਼ਿਪ ਤੇ ਥੋੜੀ ਕੰਟਰੋਵਰਸੀ ਹੈ, ਕਿਉਂਕਿ ਬਹੁਤ ਸਾਰੇ ਭਗਤੀ ਮੂਵਮੈਂਟ ਦੇ ਜਿਹੜੇ ਸੇਂਟਸ ਨੇ ਆਈਡਲ ਵਰਸ਼ਿਪ ਦਾ ਸਪੋਰਟ ਕੀਤਾ ਤੇ ਬਹੁਤ ਸਾਰਿਆਂ ਨੇ ਇਹਨੂੰ ਨਕਾਰਿਆ। ਫਿਰ ਇਕੁਐਲਿਟੀ ਆਫ ਲੈਂਗੁਏਜਸ ਤੇ ਜ਼ੋਰ ਦਿੱਤਾ ਗਿਆ, ਮਤਲਬ ਸੰਸਕ੍ਰਿਤ ਸੇਕ੍ਰੇਡ ਨਹੀਂ ਹੈਗੀ, ਹਰੇਕ ਭਾਸ਼ਾ ਬਰਾਬਰ ਹੈ, ਭਾਸ਼ਾ ਤਾਂ ਇੱਕ ਐਕਸਪ੍ਰੈਸ਼ਨ ਦਾ ਮੀਡੀਅਮ ਆ। ਤਾਂ ਲੋਕਲ ਲੈਂਗੁਏਜਸ ਚ ਭਗਤੀ ਮੂਵਮੈਂਟ ਦੇ ਜਿੰਨੇ ਸੇਂਟਸ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਲੋਕਲ ਲੈਂਗੁਏਜਸ ਅਪਣਾਈ, ਜਿਵੇਂ ਸੰਤ ਕਬੀਰ ਜੀ ਹੈਗੇ ਨੇ, ਰਵਿਦਾਸ ਜੀ ਨੇ, ਉਹਨਾਂ ਨੇ ਲੋਕਲ ਲੈਂਗੁਏਜਸ ਚ ਪ੍ਰਚਾਰ ਕੀਤਾ ਆਪਣੇ ਵਿਚਾਰਾਂ ਦਾ। ਫਿਰ ਪੰਜਾਬ ਸਪੈਸੀਫਿਕ ਜੇ ਆਪਾਂ ਗੱਲ ਕਰੀਏ ਤਾਂ ਸੰਤ ਕਬੀਰ ਜੀ ਦੀ ਟੀਚਿੰਗਸ ਪੰਜਾਬ 'ਚ ਕਾਫੀ ਫੇਮਸ ਸੀਗੀਆਂ। ਹਾਂ, ਪੰਜਾਬ ਦੇ ਤਾਂ ਨਹੀਂ ਸੀਗੇ ਜਿਹੜੇ ਕਬੀਰ ਜੀ ਸੀਗੇ, ਸੰਤ ਕਬੀਰ ਜੀ, ਇਹ ਯੂਪੀ ਦੇ ਸੀਗੇ, ਪਰ ਇਹਨਾਂ ਦੀਆਂ ਟੀਚਿੰਗਸ ਪੰਜਾਬ 'ਚ ਉਦੋਂ ਕਾਫੀ ਫੇਮਸ ਸੀਗੀਆਂ ਮੈਡੀਵਲ ਪੀਰੀਅਡ 'ਚ ਜੇ ਗੱਲ ਕਰੀਏ। ਉਸ ਤੋਂ ਇਲਾਵਾ ਸਿੱਖੀਜ਼ਮ, ਇਹ ਵੀ ਭਗਤੀ ਮੂਵਮੈਂਟ ਨਾਲ ਆਪਾਂ ਜੋੜ ਕੇ ਦੇਖਦੇ ਹਾਂ। ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹ ਭਗਤੀ ਮੂਵਮੈਂਟ ਦੀ ਇੱਕ ਵੱਡੀ ਸ਼ਖਸੀਅਤ ਸੀਗੇ, ਤੇ ਉਹਨਾਂ ਦੇ 9 ਸਕਸੈਸਰਸ ਨੇ, 10 ਜਿਹੜੇ ਆਪਣੇ ਗੁਰੂ ਨੇ, ਉਹਨਾਂ ਨੂੰ ਆਪਾਂ ਜੇ ਕੰਸੀਡਰ ਕਰੀਏ ਤਾਂ ਇੱਕ ਤਰੀਕੇ ਨਾਲ ਭਗਤੀ ਮੂਵਮੈਂਟ ਦੇ ਆਫਸ਼ੂਟ ਹੀ ਸੀਗੇ। ਤਾਂ ਸਿੱਖੀਜ਼ਮ ਨੂੰ ਆਪਾਂ ਡਿਸਕਸ ਕਰਦੇ ਹਾਂ ਭਗਤੀ ਮੂਵਮੈਂਟ ਇਨ ਪੰਜਾਬ 'ਚ। ਫਿਰ ਗੁਰੂ ਗ੍ਰੰਥ ਸਾਹਿਬ 'ਚ 10 ਗੁਰੂ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਨ੍ਹਾਂ ਦੀ ਬਾਣੀ ਆਉਂਦੀ ਆ। ਗੁਰੂਆਂ 'ਚ ਸਿਰਫ 6 ਗੁਰੂਆਂ ਦੀ ਬਾਣੀ ਦਰਜ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਪਰ ਉਸ ਤੋਂ ਇਲਾਵਾ ਜਿਵੇਂ 15 ਭਗਤ ਨੇ, 11 ਭਗਤ ਤੇ 4 ਗੁਰਸਿੱਖ ਨੇ, ਉਹਨਾਂ ਦੀ ਬਾਣੀ ਦਰਜ ਆ। ਉਹਨਾਂ ਨੂੰ ਵੀ ਆਪਾਂ ਭਗਤੀ ਮੂਵਮੈਂਟ ਨਾਲ ਜੋੜ ਕੇ ਦੇਖਦੇ ਹਾਂ। ਜਿਵੇਂ ਭਗਤਾਂ 'ਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਫਰੀਦ ਜੀ, ਰਾਮਾਨੰਦ, ਬੈਣੀ, ਨਾਮਦੇਵ, ਸਦਨਾ, ਭੀਖਨ, ਪਰਮਾਨੰਦ, ਸੈਨ, ਤ੍ਰਿਲੋਚਨ, ਧੰਨਾ, ਪੀਪਾ, ਸੂਰਦਾਸ ਤੇ ਭਗਤ ਜੈਦੇਵ ਜੀ। ਇਹ ਸਾਰੇ ਭਗਤ ਸੀਗੇ। ਇਹਨਾਂ ਚੋਂ ਭਗਤ ਸੈਨ ਪੰਜਾਬ ਦੇ ਸੀਗੇ ਤੇ ਭਗਤ ਫਰੀਦ ਜੀ ਵੀ। ਇਹਨਾਂ ਨੂੰ ਫਰੀਦ ਗੰਜੇ ਸ਼ੱਕਰ ਵੀ ਕਿਹਾ ਜਾਂਦਾ ਸੀ। 1173 ਤੇ 1266 ਇਸ ਦੇ ਵਿੱਚ ਇਹਨਾਂ ਦਾ ਜੀਵਨ ਕਾਲ ਸੀਗਾ। ਤਾਂ ਇਹ 12ਵੀਂ ਤੇ 13ਵੀਂ ਸਦੀ 'ਚ ਰਹੇ ਸੀਗੇ, ਪਰ ਇਹਨਾਂ ਦੇ ਵਿਚਾਰ ਲੇਟਰ ਮੈਡੀਵਲ ਪੀਰੀਅਡ 'ਚ ਜਦੋਂ ਸਿੱਖ ਧਰਮ ਸੀਗਾ ਓਰੀਜੀਨੇਟ ਹੋ ਰਿਹਾ ਸੀਗਾ, ਉਦੋਂ ਇਹਨਾਂ ਦੇ ਵਿਚਾਰ ਕਾਫੀ ਚਰਚਾ 'ਚ ਸੀਗੇ ਪੰਜਾਬ 'ਚ। ਇਹਨਾਂ ਦੀ ਸ਼ਰਾਈਨ 'ਚ ਬੋਥ ਹਿੰਦੂਜ਼ ਐਂਡ ਮੁਸਲਿਮਸ ਮੱਥਾ ਵੀ ਟੇਕਦੇ ਸੀ। ਤੇ ਜਿਹੜੇ ਬਾਬਾ ਫਰੀਦ ਜੀ ਸੀਗੇ ਇਹਨਾਂ ਦੀ ਬਾਣੀ ਦਰਜ ਹੈਗੀ ਆ ਸਿੱਖੀਜ਼ਮ ਦੇ ਗ੍ਰੰਥ 'ਚ, ਗੁਰੂ ਗ੍ਰੰਥ ਸਾਹਿਬ ਜੀ 'ਚ। ਤਾਂ ਕਰਕੇ ਇਹਨਾਂ ਨੂੰ ਭਗਤੀ ਮੂਵਮੈਂਟ ਨਾਲ ਵੀ ਜੋੜ ਕੇ ਦੇਖਦੇ ਆ, ਪਰ ਬੇਸਿਕਲੀ ਇਹ ਸੂਫੀ ਸੇਂਟ ਸੀਗੇ, ਸੂਫੀਜ਼ਮ ਨਾਲ ਰਿਲੇਟਡ ਸੀਗੇ। ਉਸ ਤੋਂ ਬਾਅਦ ਗੱਲ ਕਰਦੇ ਆ ਭੱਟ ਦੀ। ਜਿਹੜੇ ਭੱਟ ਸੀਗੇ ਉਹ ਹਿੰਦੂ ਸਰਸਵਤ ਬ੍ਰਾਹਮਣਸ ਸੀਗੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਟੀਚਿੰਗਸ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਸੀ। ਇਹ ਗੁਰੂ ਅਰਜਨ ਦੇਵ ਜੀ ਜੋ ਸਿੱਖਾਂ ਦੇ 5ਵੇਂ ਗੁਰੂ ਸੀਗੇ, ਉਹਨਾਂ ਦੇ ਕੋਰਟ 'ਚ ਹੁੰਦੇ ਸੀਗੇ। ਤਾਂ ਇੱਕ ਤਰੀਕੇ ਨਾਲ ਕੋਰਟ ਪੋਇਟਸ ਹੁੰਦੇ ਸੀ, ਜਿਵੇਂ ਭੱਟ ਕਾਲਸ਼ਰ, ਭੱਟ ਬਾਲ, ਬਲਬ, ਭੀਖਾ, ਗਿਆਨੰਦ, ਹਰਬੰਸ, ਜਲਪ, ਕੀਰਤ, ਮਥੁਰਾ, ਨਾਲ ਤੇ ਸਾਲ। ਤਾਂ ਇਹ ਵੀ ਭਗਤੀ ਮੂਵਮੈਂਟ ਨਾਲ ਜੁੜੇ ਹੋਏ ਨੇ। ਫਿਰ 4 ਗੁਰਸਿੱਖਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਹੈਗੀ ਹੈ, ਭਾਈ ਸੁੰਦਰ ਜੀ, ਭਾਈ ਮਰਦਾਨਾ ਜੀ, ਸੱਤਾ ਤੇ ਬਲਵੰਡ। ਤਾਂ ਇਹ ਸਾਰਿਆਂ ਨੂੰ ਆਪਾਂ ਭਗਤੀ ਮੂਵਮੈਂਟ ਇਨ ਪੰਜਾਬ 'ਚ ਰਿਲੇਟ ਕਰਕੇ ਆਪਾਂ ਪੜ੍ਹਦੇ ਹੈਗੇ ਆ। ਉਸ ਤੋਂ ਬਾਅਦ ਜੇ ਆਪਾਂ ਕਨਕਲੂਡ ਕਰਨਾ ਹੋਵੇ, ਬੇਸਿਕਲੀ ਨਾਮਦੇਵ ਦੇ ਅਭੰਗਸ ਜਿਹੜੇ ਡਿਵੋਸ਼ਨਲ ਸੌਂਗ ਸੀਗੇ, ਇਹ ਪੰਜਾਬ 'ਚ ਚਰਚਾ ਸੀਗੇ। ਇਹ ਵੀ ਭਗਤੀ ਸੇਂਟ ਸੀ ਮਹਾਰਾਸ਼ਟਰ ਦੇ। ਫਿਰ ਕਬੀਰ ਜੀ ਦੇ ਦੋਹੇ ਸੀਗੇ। ਇਹਨਾਂ ਨੇ ਵੇਦਾਸ, ਸ਼ਾਸਤਰਾਸ ਤੇ ਕੁਰਾਨ ਦੀ ਅਥਾਰਟੀ ਨੂੰ ਚੈਲੰਜ ਕੀਤਾ। ਇਹ ਵੱਡਾ ਸਟੈਪ ਸੀਗਾ। ਤੇ ਸਿੰਪਲ ਹਿੰਦੀ 'ਚ ਆਪਦੇ ਦੋਹੇ ਲਿਖਦੇ, ਤੇ ਇਹਨਾਂ ਦੀ ਇੱਕ ਰਚਨਾ ਹੈਗੀ ਬੀਜਕ, ਕਾਫੀ ਫੇਮਸ ਆ। ਉਸ ਤੋਂ ਇਲਾਵਾ ਸਿੱਖੀਜ਼ਮ ਤਾਂ ਪੰਜਾਬ 'ਚ ਹੈ ਹੀ ਸੀ। ਸਿੱਖੀਜ਼ਮ ਦੇ ਆਲੇ ਦੁਆਲੇ ਪੰਜਾਬ ਦੀ ਹਿਸਟਰੀ ਘੁੰਮਦੀ ਹੈਗੀ ਆ ਲੇਟਰ ਮੈਡੀਵਲ ਪੀਰੀਅਡ ਦੀ। ਤਾਂ ਇਹ ਹੈਗਾ ਆਪਣਾ ਟੌਪਿਕ ਭਗਤੀ ਮੂਵਮੈਂਟ ਇਨ ਪੰਜਾਬ। ਹੁਣ ਆਪਾਂ ਗੱਲ ਕਰਦੇ ਹਾਂ ਸਿੱਖੀਜ਼ਮ ਦੀ, ਸਿੱਖੀਜ਼ਮ ਐਂਡ ਪੰਜਾਬ ਹਿਸਟਰੀ। ਉਸ ਵੇਲੇ ਭਗਤੀ ਮੂਵਮੈਂਟ ਤੇ ਸੂਫੀ ਮੂਵਮੈਂਟ ਦਾ ਬੋਲਬਾਲਾ ਸੀ। ਜਦੋਂ ਸਿੱਖ ਧਰਮ ਓਰੀਜੀਨੇਟ ਹੁੰਦਾ ਹੈਗਾ, ਭਗਤੀ ਮੂਵਮੈਂਟ ਵੀ ਚੱਲ ਰਹੀ ਸੀ, ਇਸਲਾਮ 'ਚ ਸੂਫੀ ਮੂਵਮੈਂਟ। ਤੇ ਉਹਨਾਂ ਵਿੱਚ ਵੀ ਸਮਾਣਾ ਤੇ ਸਰਹੰਦ ਇੰਡੀਆ ਦੇ ਪੰਜਾਬ ਦੇ ਇੰਪੋਰਟੈਂਟ ਸੂਫੀ ਸੈਂਟਰ ਸੀਗੇ, ਤੇ ਪਾਕਿਸਤਾਨੀ ਪੰਜਾਬ 'ਚ ਮੁਲਤਾਨ ਤੇ ਲਾਹੌਰ ਇੰਪੋਰਟੈਂਟ ਸੂਫੀ ਸੈਂਟਰ ਸੀਗੇ। ਇਹ ਦੋਨੋਂ ਹੀ ਮੂਵਮੈਂਟਸ ਦੇ ਕੁਝ ਬੇਸਿਕ ਪ੍ਰਿੰਸੀਪਲ ਸੀਗੇ। ਹੋਲੋ ਰਿਚੁਅਲਸ ਨੂੰ ਇਹ ਕ੍ਰਿਟੀਸਾਈਜ਼ ਕਰਦੇ ਸੀ। ਧਰਮ ਤੇ ਜਾਤ ਦੇ ਆਧਾਰ ਤੇ ਜਿਹੜਾ ਵੀ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀ ਸਮਾਜ 'ਚ, ਉਹਦੇ ਇਹ ਵਿਰੋਧ 'ਚ ਖੜੇ ਸੀ, ਤੇ ਆਰਥੋਡਾਕਸੀ ਨੂੰ ਡਿਸਕਰੇਜ ਕਰਦੇ ਸੀ। ਜਿਹੜੇ ਆਰਥੋਡਾਕਸ ਗਰੁੱਪਸ ਸੀਗੇ
ਉਲੇਮਾਸ ਵਗੈਰਾ, ਬ੍ਰਾਹਮਣਿਕਲ ਥਾਟ ਸੀਗਾ ਸਾਰਾ, ਉਹਨਾਂ ਨੂੰ ਇਹ ਡਿਸਕਰੇਜ ਕਰਦੇ ਸੀ, ਇਹ ਦੋਨੋਂ ਭਗਤੀ ਤੇ ਸੂਫੀ ਮੂਵਮੈਂਟ। ਉਹ ਸਾਰੇ ਟਾਈਮ ਪੀਰੀਅਡ 'ਚ ਕੀ ਹੋਇਆ, ਬਰਥ ਹੋਇਆ ਗੁਰੂ ਨਾਨਕ ਦੇਵ ਜੀ ਦਾ, ਜੋ ਸਿੱਖਾਂ ਦੇ ਪਹਿਲੇ ਗੁਰੂ ਸੀਗੇ 1469 ਚ 1469 ਚ। ਉਹਨਾਂ ਦੀਆਂ ਬੇਸਿਕ ਜਿਹੜੀਆਂ ਟੀਚਿੰਗਸ ਹੈਗੀਆਂ ਨੇ, ਜਿਹੜੀਆਂ ਕਿ ਭਗਤੀ ਮੂਵਮੈਂਟ ਤੇ ਸੂਫੀ ਮੂਵਮੈਂਟ ਨਾਲ ਰਿਲੇਟ ਕਰਦੀਆਂ ਨੇ, ਉਹ ਹੈਗੀਆਂ ਨੇ ਲਵ ਆਫ ਗੋਡ, ਰੱਬ ਦਾ ਪਿਆਰ, ਕਾਸਟ ਦਾ ਕ੍ਰਿਟਿਸਿਜ਼ਮ, ਜਾਤ ਪਾਤ ਦਾ ਕ੍ਰਿਟਿਸਿਜ਼ਮ, ਰਿਚੁਅਲਿਜ਼ਮ ਦਾ ਕ੍ਰਿਟਿਸਿਜ਼ਮ, ਸਬਮਿਸ਼ਨ ਟੂ ਗੋਡਸ ਵਿਲ, ਰੱਬ ਦੇ ਹੁਕਮ 'ਚ ਰਹਿਣਾ ਜਾਂ ਰੱਬ ਦੀ ਰਜ਼ਾ 'ਚ ਰਹਿਣਾ, ਤੇ ਨਾਮ ਜਪਣਾ। ਇਹ ਉਹਨਾਂ ਦੇ ਬੇਸਿਕ ਜਿਹੜੇ ਹੈਗੇ ਸੀ ਟੀਚਿੰਗ ਸੀਗੇ, ਜਿਹੜੀ ਭਗਤੀ ਮੂਵਮੈਂਟ ਤੇ ਸੂਫੀ ਮੂਵਮੈਂਟ ਤੋਂ ਇਨਫਲੂਐਂਸ ਹੁੰਦੀਆਂ ਨੇ। ਤਾਂ ਹੁਣ ਸਿੱਖ ਗੁਰੂਆਂ ਦੀ ਗੱਲ ਕਰਦੇ ਹਾਂ। ਪਹਿਲੇ ਗੁਰੂ ਸਨ ਗੁਰੂ ਨਾਨਕ ਦੇਵ ਜੀ। 1469 ਚ ਇਹਨਾਂ ਦਾ ਜਨਮ ਹੁੰਦਾ ਹੈ। 1539 ਚ ਇਹ ਜੋਤੀ ਜੋਤ ਸਮਾ ਜਾਂਦੇ ਨੇ, ਦੇਹਾਂਤ ਹੋ ਜਾਂਦਾ ਹੈਗਾ। ਇਹਨਾਂ ਦੇ ਟਾਈਮ ਪੀਰੀਅਡ ਚ ਜਦੋਂ ਗੁਰੂ ਨਾਨਕ ਦੇਵ ਜੀ ਸੀਗੇ, ਦੋ ਮੁਗਲ ਐਂਪਰਰ ਹੋਏ। ਇੱਕ ਮੁਗਲ ਐਂਪਰਰ ਬਾਬਰ, ਫਿਰ ਉਸ ਤੋਂ ਬਾਅਦ ਉਹਦਾ ਮੁੰਡਾ ਹਿਮਾਯੂ। 1526 ਤੋਂ 30 ਤੱਕ ਮੁਗਲ ਐਂਪਰਰ ਬਾਬਰ ਸੀ, ਇਹ ਦਿੱਲੀ ਦੀ ਗੱਦੀ ਤੇ ਕਾਬਜ਼ ਸੀ। 1530 ਤੋਂ 40 ਦੇ ਵਿੱਚ ਹੁਮਾਯੂ ਸੀਗਾ। ਤੇ ਇਹਨਾਂ ਦਾ ਜਨਮ ਹੁੰਦਾ ਹੈਗਾ ਨਨਕਾਣਾ ਸਾਹਿਬ, ਜੋ ਅੱਜ ਕੱਲ੍ਹ ਪਾਕਿਸਤਾਨ 'ਚ ਹੈ। ਇਹਨਾਂ ਦੇ ਨਾਲ ਮਰਦਾਨਾ ਜੀ ਵੀ ਰਹਿੰਦੇ ਸੀਗੇ, ਇੱਕ ਗੁਰਸਿੱਖ ਸੀਗੇ, ਤੇ ਇਹ ਕਾਫੀ ਡਿਵੋਸ਼ਨਲ ਸੌਂਗਸ ਜਿਹੜੇ ਹੈਗੇ ਸੀਗੇ ਉਹ ਗਾਉਂਦੇ ਰਹਿੰਦੇ ਸੀਗੇ ਗੁਰੂ ਨਾਨਕ ਦੇਵ ਜੀ ਦੇ ਨਾਲ। ਕਾਫੀ ਸਮਾਂ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਬਤੀਤ ਕੀਤਾ। ਇਹ ਮੰਨਿਆ ਜਾਂਦਾ ਹੈਗਾ ਗੁਰੂ ਨਾਨਕ ਦੇਵ ਜੀ ਨੂੰ ਐਨਲਾਈਟਨਮੈਂਟ ਯਾਨੀ ਕਿ ਗਿਆਨ ਬੇਨ ਨਦੀ 'ਚ ਹੋਇਆ ਸੀ। ਤੇ ਇਹ ਮੰਨਿਆ ਜਾਂਦਾ ਹੈਗਾ ਉਹ ਬੇਨ ਨਦੀ 'ਚ ਡੁਬਕੀ ਲਾ ਰਹੇ ਸੀ ਤੇ ਕਾਫੀ ਸਮਾਂ ਗਾਇਬ ਰਹੇ ਸੀਗੇ। ਤੇ ਜਦੋਂ ਉਹ ਪ੍ਰਗਟ ਹੋਏ, ਉਹਨਾਂ ਨੇ ਕਿਹਾ ਕੋਈ ਹੈ ਹਿੰਦੂ ਨਾ ਕੋਈ ਮੁਸਲਮਾਨ, ਮਤਲਬ ਦੇਰ ਇਜ਼ ਨੋ ਹਿੰਦੂ, ਦੇਰ ਇਜ਼ ਨੋ ਮੁਸਲਮਾਨ। ਉਹਨਾਂ ਨੇ ਦੋਨੋਂ ਹੀ ਧਰਮਾਂ ਨੂੰ ਨਕਾਰਿਆ ਜਾਂ ਕਿਹਾ ਵੀ ਲੋਕ ਇੱਕੋ ਨੇ, ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੈਗਾ। ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਟੀਚਿੰਗਸ ਨੂੰ ਪ੍ਰੀਚ ਕਰਨ ਲਈ, ਉਹਨਾਂ ਬਾਰੇ ਕਾਫੀ ਫੇਮਸ ਹੈ, ਟੂਰਸ ਉਹਨਾਂ ਨੇ ਲਈਆਂ, ਮਿਸ਼ਨਰੀ ਟੂਰਸ, ਤੇ ਤਕਰੀਬਨ 20 ਸਾਲ ਉਹ ਪ੍ਰੀਚ ਕਰਨ ਲਈ ਜਗ੍ਹਾਵਾਂ ਤੇ ਜਾਂਦੇ ਰਹੇ, ਦੂਰ ਦੂਰ ਜਾਂਦੇ ਰਹੇ। ਤੇ ਉਹਨਾਂ ਨੂੰ ਆਪਾਂ ਚਾਰ ਉਦਾਸੀਆਂ ਵੀ ਕਹਿੰਦੇ ਆ, ਕਿਉਂਕਿ ਉਹਨਾਂ ਨੇ ਚਾਰ ਜਰਨੀਜ਼ ਲਈਆਂ। ਹਰੇਕ ਜਰਨੀ ਤੋਂ ਬਾਅਦ ਉਹ ਪੰਜਾਬ 'ਚ ਵਾਪਸ ਆਉਂਦੇ ਸੀਗੇ। ਬਾਬਾ ਨਾਨਕ ਨੇ ਆਪਣੀਆਂ ਉਦਾਸੀਆਂ ਵਿੱਚ ਕਾਫੀ ਦੂਰ ਦਰਾਜ਼ ਦੀਆਂ ਜਗ੍ਹਾਵਾਂ ਕਵਰ ਕੀਤੀਆਂ ਸੀਗੀਆਂ। ਉਹ ਜਗਨਨਾਥਪੁਰੀ ਜੋ ਉੜੀਸਾ ਵਿੱਚ ਆ, ਉੱਥੇ ਗਏ ਸੀ, ਵਾਰਾਣਸੀ, ਹਰਿਦੁਆਰ, ਗਿਆ, ਰਾਮੇਸ਼ਵਰਮ ਜੋ ਕਿ ਤਮਿਲਨਾਡੂ 'ਚ ਹੈ, ਉਹ ਉਹਨਾਂ ਨੇ ਵਿਜ਼ਿਟ ਕੀਤਾ ਸੀ। ਫਿਰ ਸ਼੍ਰੀਲੰਕਾ, ਕੈਲਾਸ਼, ਮੱਕਾ ਮਦੀਨਾ ਤੇ ਬਗਦਾਦ। ਤਾਂ ਜਿਹੜੀਆਂ ਹਿੰਦੂ ਸਮੁਦਾਇ ਦੀਆਂ ਜ਼ਰੂਰੀ ਇੰਪੋਰਟੈਂਟ ਪਲੇਸਿਸ ਨੇ ਆਫ ਵਰਸ਼ਿਪ, ਜਿਵੇਂ ਵਾਰਾਣਸੀ, ਹਰਿਦੁਆਰ, ਤਾਂ ਧਾਰਮਿਕ ਜਗ੍ਹਾਵਾਂ ਤੇ ਉਹ ਗਏ ਸੀ। ਗਿਆ ਬੁੱਧਿਜ਼ਮ ਨਾਲ ਜੁੜਿਆ ਹੋਇਆ ਹੈ। ਮਿਡਲ ਈਸਟ 'ਚ ਵੀ ਉਹ ਗਏ ਸੀ, ਮੱਕਾ ਮਦੀਨਾ ਤੇ ਬਗਦਾਦ। ਮੱਕਾ ਤੇ ਮਦੀਨਾ ਇਸਲਾਮ 'ਚ ਸਭ ਤੋਂ ਦੋ ਪਵਿੱਤਰ ਜਗ੍ਹਾਵਾਂ ਹੈਗੀਆਂ ਨੇ। ਉਦਾਸੀਆਂ ਤੋਂ ਬਾਅਦ ਉਹ ਕਰਤਾਰਪੁਰ 'ਚ ਸੈਟਲ ਹੋ ਜਾਂਦੇ ਨੇ। ਅੱਜ ਕੱਲ੍ਹ ਆਪਾਂ ਟੀਵੀ ਤੇ ਕਰਤਾਰਪੁਰ ਕੋਰੀਡੋਰ ਦੀ ਖਬਰਾਂ ਸੁਣਦੇ ਹੈਗੇ ਆ। ਤਾਂ ਬਾਰਡਰੋਂ ਪਾਰ ਜੋ ਕਰਤਾਰਪੁਰ ਜਗ੍ਹਾ ਹੈਗੀ ਆ, ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸੀਗੇ। ਨਾਰੋਆ ਜ਼ਿਲ੍ਹੇ 'ਚ ਕਰਤਾਰਪੁਰ ਹੈ, ਜੋ ਕਿ ਲਾਹੌਰ ਦੇ ਨੇੜੇ ਆ, ਪਾਕਿਸਤਾਨ 'ਚ। ਰਾਵੀ ਨਦੀ ਦੇ ਕੰਢੇ ਤੇ ਇਹ ਸ਼ਹਿਰ ਵਸਿਆ ਹੋਇਆ ਹੈਗਾ। ਗੁਰੂ ਨਾਨਕ ਦੇਵ ਜੀ ਦੀ ਸਿੱਖ ਧਰਮ ਨੂੰ ਇੱਕ ਵੱਡੀ ਦੇਣ ਸੀ ਲੰਗਰ, ਜਿਹੜੀ ਲੰਗਰ ਪ੍ਰਥਾ, ਕਾਮਨ ਕਿਚਨ ਦੀ ਪ੍ਰਥਾ ਹੈਗੀ ਆ, ਇਹ ਗੁਰੂ ਨਾਨਕ ਦੇਵ ਜੀ ਨੇ ਸਟਾਰਟ ਕੀਤੀ ਸੀ। ਫਿਰ ਉਹਨਾਂ ਦੀ ਰਚਨਾ ਜਪਜੀ ਸਾਹਿਬ ਕਾਫੀ ਫੇਮਸ ਹੈਗੀ ਆ, ਮਾਰਨਿੰਗ ਪ੍ਰੇਅਰ ਆਫ ਸਿੱਖਸ ਹੈ। ਤਾਂ ਜਪਜੀ ਸਾਹਿਬ ਉਹਨਾਂ ਦੀ ਰਚਨਾ ਹੈ। ਉਸ ਤੋਂ ਇਲਾਵਾ ਆਸਾਂ ਦੀ ਵਾਰ, 12 ਮਾਹ, ਸਿੱਧ ਗੋਸ਼ਟ, ਓਂਕਾਰ ਵੀ ਉਹਨਾਂ ਦੀ ਦੇਣ ਹੈ। ਫਿਰ ਜਿਹੜਾ ਏਕ ਓਂਕਾਰ ਦਾ ਸਿੰਬਲ ਹੈ, ਇਹ ਵੀ ਗੁਰੂ ਨਾਨਕ ਦੇਵ ਜੀ ਦੀ ਹੀ ਦੇਣ ਹੈਗੀ। ਫਿਰ ਉਹਨਾਂ ਨੇ ਪੱਟੀ ਬਣਾਈ ਸੀ, ਜਿਹਨੂੰ ਆਪਾਂ 35 ਅੱਖਰੀ ਕਹਿੰਦੇ ਹੈਗੇ ਆ। ਗੁਰਮੁਖੀ ਸਕ੍ਰਿਪਟ ਦੇ ਜਿਹੜੇ ਅਲਫਾਬੈਟ ਸੀਗੇ, ਉਹਨਾਂ ਨੂੰ ਇਕੱਠਾ ਕੀਤਾ ਸੀ। ਇਹਨੇ ਹੌਲੀ ਹੌਲੀ ਜਿਹੜਾ ਲੰਡਾ ਅਲਫਾਬੈਟ ਸੀਗਾ, ਉਹਨੂੰ ਰਿਪਲੇਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਪੱਟੀ ਜਾਂ 35 ਅੱਖਰੀ ਸੀ, ਜਿਹਨੂੰ ਬਾਅਦ ਵਿੱਚ ਗੁਰਮੁਖੀ ਸਕ੍ਰਿਪਟ ਕਿਹਾ ਗਿਆ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇੰਕਲੂਡ ਕੀਤਾ ਸੀ। ਤਾਂ ਗੁਰੂ ਗ੍ਰੰਥ ਸਾਹਿਬ ਜੀ ਜਾਂ ਉਸ ਸਮੇਂ ਦੀ ਕੰਪੋਜੀਸ਼ਨਸ ਜਿਹੜੀਆਂ ਸੀਗੀਆਂ, ਉਹ ਗੁਰਮੁਖੀ ਸਕ੍ਰਿਪਟ ਵਿੱਚ ਲਿਖਦੇ ਸੀਗੇ। ਤੇ ਉਹਨਾਂ ਦੇ ਜਿਹੜੇ ਸਕਸੈਸਰ ਸੀਗੇ, ਉਹਨਾਂ ਦਾ ਨਾਮ ਸੀ ਭਾਈ ਲਹਿਣਾ। ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ, ਤੇ ਉਹਨਾਂ ਦਾ ਨਾਮ ਬਦਲ ਕੇ ਰੱਖ ਦਿੱਤਾ ਸੀ ਅੰਗਦ। ਅੰਗਦ ਦਾ ਮਤਲਬ ਸੀ
ਪਾਰਟ ਆਫ ਹਿਮਸੈਲਫ, ਤਾਂ ਉਹਨਾਂ ਦੇ ਹੀ ਜੋਤ ਉਹਨਾਂ ਅੰਦਰ ਸੀਗੀ। ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਉਹ ਸੰਤ ਮਹਾਂਪੁਰਖਾਂ ਦੇ ਰਾਜਾ ਨੇ, ਗੁਰੂਆਂ ਦੇ ਹਿੰਦੂ ਨੇ ਤੇ ਮੁਸਲਮਾਨਾਂ ਦੇ ਪੀਰ ਨੇ। ਉਹਨਾਂ ਵਾਸਤੇ ਇਹ ਸੇਇੰਗ ਕਾਫੀ ਫੇਮਸ ਸੀ। ਬੇਸਿਕ ਆਪਾਂ ਟੀਚਿੰਗਸ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ। ਪਹਿਲਾਂ ਤਾਂ ਉਹ ਇੱਕ ਰੱਬ 'ਚ ਵਿਸ਼ਵਾਸ ਰੱਖਦੇ ਸੀ, ਮੋਨੋਥੀਜ਼ਮ 'ਚ। ਹੁਕਮ ਜਾਂ ਡਿਵਾਈਨ ਵਿਲ ਨੂੰ ਫੋਲੋ ਕਰਨ ਦੀ ਗੱਲ ਕਰਦੇ ਸੀ। ਹਰੇਕ ਇਨਸਾਨ ਨੂੰ ਰੱਬ ਦੇ ਹੁਕਮ 'ਚ ਰਹਿਣਾ ਚਾਹੀਦਾ ਹੈ। ਫਿਰ ਹੋਮੇ ਦੇ ਅਗੇਂਸਟ ਸੀ, ਉਹਨਾਂ ਨੇ ਕਿਹਾ ਸੀ ਆਈ ਐਮਨੈਸ, ਜਿਹੜੀ ਮੈਂ ਆ ਜਾਂਦੀ ਹੈ ਬੰਦੇ 'ਚ, ਮੈਂ ਇਹਨੂੰ ਕੰਟਰੋਲ ਕਰਨਾ ਚਾਹੀਦਾ ਹੈਗਾ। ਇਸ ਲਈ ਉਹਨਾਂ ਨੇ ਕਿਹਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ। ਮਤਲਬ ਕਿ ਲਸਟ, ਸੈਕਸ਼ੂਅਲ ਡਿਜ਼ਾਇਰ ਨੂੰ ਕੰਟਰੋਲ ਕਰਨਾ ਚਾਹੀਦਾ, ਗੁੱਸੇ ਨੂੰ ਕੰਟਰੋਲ ਕਰਨਾ ਚਾਹੀਦਾ, ਕੋਈ ਚੀਜ਼ ਦਾ ਲਾਲਚ ਨਾ ਹੋਵੇ ਬੰਦੇ 'ਚ, ਕਿਸੇ ਚੀਜ਼ ਨਾਲ ਅਟੈਚਮੈਂਟ ਨਾ ਹੋ ਜੇ, ਤੇ ਘਮੰਡ ਨਹੀਂ ਹੋਣਾ ਚਾਹੀਦਾ। ਜੇ ਇਹ ਚੀਜ਼ਾਂ ਕੰਟਰੋਲ 'ਚ ਰੱਖਾਂਗੇ ਤਾਂ ਮੈਂ ਇਨਸਾਨ 'ਚ ਨਹੀਂ ਆਊਗੀ। ਫਿਰ ਉਹਨਾਂ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਨਾਰਾ ਦਿੱਤਾ ਸੀ। ਮਤਲਬ ਕਿ ਇੱਕ ਬੰਦੇ ਨੂੰ ਓਨੈਸਟ ਲਿਵਿੰਗ ਅਰਨ ਕਰਨੀ ਚਾਹੀਦੀ ਹੈ ਕੰਮ ਕਰਕੇ, ਨਾਮ ਵੀ ਰੱਬ ਦਾ ਜਪਣਾ ਚਾਹੀਦਾ, ਤੇ ਜੋ ਵੀ ਉਹ ਅਰਨ ਕਰ ਰਿਹਾ ਹੈਗਾ ਬਾਏ ਓਨੈਸਟ ਮੀਨਸ, ਉਹਨੂੰ ਵੰਡ ਕੇ ਛਕਣਾ ਚਾਹੀਦਾ। ਜਿਹੜੇ ਉਸਦੇ ਆਸ-ਪਾਸ ਲੋਕ ਨੇ, ਨੀਡੀ ਨੇ, ਉਹਨਾਂ ਨਾਲ ਵੀ ਸ਼ੇਅਰ ਕਰਨਾ ਚਾਹੀਦਾ ਹੈਗਾ। ਤਾਂ ਉਹਨਾਂ ਦਾ ਇੱਕ ਇੰਪੋਰਟੈਂਟ ਕਨਸੈਪਟ ਸੀ। ਫਿਰ ਉਹਨਾਂ ਨੇ ਗੁਰੂ ਦੇ ਕਨਸੈਪਟ ਨੂੰ ਕਾਫੀ ਇੰਪੋਰਟੈਂਸ ਦਿੱਤੀ, ਕਿਉਂਕਿ ਗੁਰੂ ਇੱਕ ਲਿੰਕ ਹੁੰਦਾ ਹੈਗਾ ਬੰਦੇ ਤੇ ਰੱਬ ਦੇ ਵਿੱਚ। ਤਾਂ ਇੰਪੋਰਟੈਂਸ ਆਫ ਗੁਰੂ ਤੇ ਉਹ ਕਾਫੀ ਤਰਜੀਹ ਦਿੰਦੇ ਸੀਗੇ। ਕਾਸਟਲੈਸ ਸੁਸਾਇਟੀ ਦੀ ਗੱਲ ਕਰਦੇ ਸੀਗੇ, ਕਾਸਟ ਸਿਸਟਮ ਨਹੀਂ ਹੋਣਾ ਚਾਹੀਦਾ। ਫਿਰ ਇੱਕ ਹੋਰ ਜ਼ਰੂਰੀ ਉਹਨਾਂ ਬਾਰੇ ਗੱਲ ਸੀ, ਉਹਨਾਂ ਨੇ ਅਸੈਟਿਸਿਜ਼ਮ ਦਾ ਵਿਰੋਧ ਕੀਤਾ। ਜਿਹੜੇ ਲੋਕ ਸੰਨਿਆਸੀ ਹੋ ਜਾਂਦੇ ਨੇ, ਸੰਨਿਆਸ ਲੈ ਲੈਂਦੇ ਨੇ, ਉਹਨਾਂ ਨੂੰ ਉਹ ਕਹਿੰਦੇ ਸੀਗੇ ਵੀ ਇਹ ਚੀਜ਼ ਜ਼ਰੂਰੀ ਨਹੀਂ ਹੈਗੀ। ਉਹ ਹਮੇਸ਼ਾ ਹਾਊਸ ਹੋਲਡਰ ਲਾਈਫ ਨੂੰ ਸਪੋਰਟ ਕਰਦੇ ਨੇ। ਉਹ ਕਹਿੰਦੇ ਸੀਗੇ ਜਿਵੇਂ ਜਿਹੜਾ ਕਮਲ ਹੈਗਾ ਗੰਧ 'ਚ ਖਿਲਦਾ ਹੈਗਾ, ਤਾਂ ਘਰੇਲੂ ਜੀਵਨ 'ਚ ਵੀ, ਦੁਨਿਆਵੀ ਚੀਜ਼ਾਂ 'ਚ ਵੀ ਜਿਹੜਾ ਇਨਸਾਨ ਆ ਸੈਲਵੇਸ਼ਨ ਲੈ ਸਕਦਾ ਹੈਗਾ। ਇਹੀ ਕਾਰਨ ਸੀ ਜਿਹੜੇ ਬਾਬਾ ਸ਼੍ਰੀ ਚੰਦ ਉਹਨਾਂ ਦੇ ਪੁੱਤਰ ਸੀਗੇ ਤੇ ਉਹਨਾਂ ਦੇ ਫਾਲੋਅਰ, ਜਿਨ੍ਹਾਂ ਨੂੰ ਉਦਾਸੀ ਕਹਿੰਦੇ ਹੈਗੇ ਆਪਾਂ, ਉਹਨਾਂ ਦੇ ਫਾਲੋਅਰਸ ਨੂੰ ਸਿੱਖ ਧਰਮ ਦਾ ਹਿੱਸਾ ਨਹੀਂ ਮੰਨਿਆ ਗਿਆ, ਕਿਉਂਕਿ ਉਹ ਸੰਨਿਆਸ 'ਚ ਬਿਲੀਵ ਕਰਦੇ ਸੀਗੇ। ਫਿਰ ਗੋਡ ਦਾ ਜਿਹੜਾ ਉਹਨਾਂ ਨੇ ਕਨਸੈਪਟ ਦਿੱਤਾ, ਗੋਡ ਇਜ਼ ਫਾਰਮਲੈਸ ਤੇ ਟਾਈਮਲੈਸ। ਅਕਾਲ ਪੁਰਖ ਸ਼ਬਦ ਰੱਬ ਲਈ ਵਰਤਿਆ ਜਾਂਦਾ ਸੀ। ਫਾਰਮਲੈਸ ਮਤਲਬ ਰੱਬ ਦੀਆਂ ਕੋਈ ਦੋ ਅੱਖਾਂ ਜਾਂ ਦੋ ਬਾਹਾਂ ਨਹੀਂ ਹੈਗੀਆਂ, ਕੋਈ ਫਾਰਮ ਨਹੀਂ ਹੈਗੀ। ਫਿਰ ਟਾਈਮਲੈਸ, ਜਿਹੜਾ ਟਾਈਮ ਹੈ ਰੱਬ ਦੀ ਕ੍ਰੀਏਸ਼ਨ ਆ, ਰੱਬ ਤੇ ਟਾਈਮ ਲਾਗੂ ਨਹੀਂ ਹੁੰਦਾ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਰੱਬ ਤੋਂ ਪਹਿਲਾਂ ਕੌਣ ਸੀ, ਰੱਬ ਤੋਂ ਬਾਅਦ 'ਚ ਕੌਣ ਹੋਊਗਾ। ਰੱਬ ਹਮੇਸ਼ਾ ਤੋਂ ਹੈ, ਕੋਈ ਓਰੀਜਨ ਨਹੀਂ, ਕੋਈ ਐਂਡ ਨਹੀਂ ਹੈਗਾ, ਰੱਬ ਟਾਈਮਲੈਸ ਹੈਗਾ। ਫਿਰ ਉਹਨਾਂ ਨੇ ਗੁਰੂਸ਼ਿਪ ਤੇ ਇੰਸਟੀਟਿਊਸ਼ਨ ਨੂੰ ਰੈਗੂਲਰ ਬਣਾ ਕੇ ਆਪਦੀ ਭਗਤੀ ਜਿਹੜੀ ਡਾਕਟਰੀਨ ਆ, ਉਹਦੇ ਮਿਸ਼ਨ 'ਚ ਉਹ ਕਾਮਯਾਬ ਹੋਏ। ਕਿਉਂਕਿ ਗੁਰਗੱਦੀ ਦੇਣ ਨਾਲ ਕੀ ਹੋਇਆ, ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ ਅੱਗੇ ਤੋਂ ਅੱਗੇ ਪ੍ਰੀਚ ਹੁੰਦੀਆਂ ਗਈਆਂ। ਉਹਨਾਂ ਦੇ ਜਾਣ ਨਾਲ ਜਿਹੜੀਆਂ ਟੀਚਿੰਗਸ ਨੇ ਖਤਮ ਨਹੀਂ ਹੋ ਗਈਆਂ। ਤਾਂ ਜਿਹੜਾ ਗੁਰੂਸ਼ਿਪ ਦਾ ਉਹਨਾਂ ਨੇ ਇੰਸਟੀਟਿਊਟ ਸ਼ੁਰੂ ਕੀਤਾ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਕੇ, ਉਹ ਇੱਕ ਕਾਰਨ ਸੀ ਜਿਹਦੇ ਕਰਕੇ ਸਿੱਖ ਧਰਮ ਇੱਕ ਸੈਪਰੇਟ ਰਿਲੀਜਨ ਬਣਿਆ। ਨਹੀਂ, ਬਹੁਤ ਸਾਰੇ ਉਸ ਵੇਲੇ ਦੇ ਸੈਕਟ ਸੀਗੇ ਜਿਹੜੇ ਇੱਕ ਬੰਦੇ ਨਾਲ ਸ਼ੁਰੂ ਹੋਏ ਤੇ ਇੱਕ ਬੰਦੇ ਨਾਲ ਹੀ ਮਰ ਗਏ। ਐਮਫਸਿਸ ਔਨ ਪੰਜਾਬੀ ਲੈਂਗੁਏਜ, ਉਹਨਾਂ ਨੇ ਪੰਜਾਬੀ ਭਾਸ਼ਾ ਤੇ ਜ਼ੋਰ ਦਿੱਤਾ ਤੇ ਸੰਸਕ੍ਰਿਤ ਦੀ ਡਿਸਪਲੇਸਮੈਂਟ ਹੋ ਗਈ ਸੀਗੀ। ਸੰਸਕ੍ਰਿਤ ਨੂੰ ਸੀਕ੍ਰੇਟ ਨਹੀਂ ਮੰਨਦੇ ਸੀ, ਜਿਵੇਂ ਭਗਤੀ ਮੂਵਮੈਂਟ 'ਚ ਆਪਾਂ ਪਹਿਲਾਂ ਵੀ ਗੱਲ ਕੀਤੀ। ਉਹਨਾਂ ਨੇ ਲੋਕਲ ਲੈਂਗੁਏਜਸ ਨੂੰ ਪ੍ਰਮੋਟ ਕੀਤਾ, ਉਹ ਵੀ ਭਗਤੀ ਮੂਵਮੈਂਟ ਦੇ ਇੱਕ ਵੱਡੀ ਸ਼ਖਸੀਅਤ ਸੀਗੇ। ਤੇ ਉਹਨਾਂ ਨੇ ਪੁਰਾਣਿਕ ਮੈਥੋਲੋਜੀ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਪੁਰਾਣਿਕ ਮੈਥੋਲੋਜੀ ਜਿਹੜੀ ਹੈਗੀ ਆ, ਮੈਂ ਉਸ 'ਚ ਵਿਸ਼ਵਾਸ ਨਹੀਂ ਰੱਖਦਾ। ਜਿਹੜੇ ਵੇਦਸ ਨੇ, ਪੁਰਾਣਸ ਨੇ, ਉਹਨਾਂ 'ਚ ਵਿਸ਼ਵਾਸ ਨਹੀਂ ਰੱਖਦੇ ਸੀਗੇ। ਇਹ ਕਿਹਾ ਜਾਂਦਾ ਸੀ ਉਹਨਾਂ ਬਾਰੇ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਇਸ ਦੀ ਚਰਚਾ ਆਪਾਂ ਪਹਿਲਾਂ ਵੀ ਕੀਤੀ ਹੈ। ਫਿਰ ਇੱਕ ਮੰਜੀ ਸਿਸਟਮ ਸੀ ਜੋ ਸਿੱਖਾਂ ਦੇ ਤੀਸਰੇ ਗੁਰੂ ਸਨ, ਗੁਰੂ ਅਮਰਦਾਸ ਜੀ, ਉਹਨਾਂ ਵੇਲੇ ਸਟਾਰਟ ਹੋਇਆ। ਪਰ ਕਈ ਵਾਰ ਕਿਹਾ ਜਾਂਦਾ ਹੈ ਵੀ ਪਹਿਲੀ ਮੰਜੀ ਦੀ ਜਿਹੜੀ ਸ਼ੁਰੂਆਤ ਹੈਗੀ ਆ, ਉਹ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਮੰਜੀ ਸਿਸਟਮ ਸੀਗਾ ਬੇਸਿਕਲੀ ਵੀ ਇੱਕ ਜਿਹੜਾ ਬੰਦਾ ਹੈਗਾ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਸੀਗੀ ਸਿੱਖ ਧਰਮ ਦੇ ਪ੍ਰਚਾਰ ਲਈ ਕਿਸੇ ਇੱਕ ਜਗ੍ਹਾ 'ਚ। ਤਾਂ ਮੰਨਿਆ ਜਾਂਦਾ ਹੈ ਸਾਈਦਪੁਰ ਜਾਂ ਐਮਨਾਬਾਦ ਨਾਮ ਦੀ ਇੱਕ ਜਗ੍ਹਾ ਸੀ ਜਿੱਥੇ ਉਹਨਾਂ ਨੇ ਲਾਲੋ ਨੂੰ ਆਸ਼ੀਰਵਾਦ ਦਿੱਤਾ ਸੀਗਾ, ਤੇ ਉੱਥੋਂ ਪਹਿਲੀ ਮੰਜੀ ਸਟਾਰਟ ਹੁੰਦੀ ਹੈ। ਫਿਰ ਗੁਰੂ ਨਾਨਕ ਦੇਵ ਜੀ ਬਾਰੇ ਹਿਸਟੋਰੀਅਨ ਜਿਹੜੇ ਹੈਗੇ ਨੇ ਕਿਤਾਬਾਂ 'ਚ ਲਿਖਦੇ ਨੇ ਵੀ ਉਹ ਰਿਫਾਰਮਰ ਨੇ ਜਾਂ ਰੈਵੋਲਿਊਸ਼ਨਰੀ। ਇਹ ਚਰਚਾ ਹੁੰਦੀ ਹੈਗੀ ਆ। ਰਿਫਾਰਮਰ ਦਾ ਮਤਲਬ ਹੈਗਾ ਸਮਾਜ 'ਚ ਕੁਝ ਚੇਂਜਸ ਲਿਆਉਣੇ, ਰੈਵੋਲਿਊਸ਼ਨਰੀ ਕਾਫੀ ਰੈਡੀਕਲ ਚੇਂਜਸ, ਸਮਾਜ ਨੂੰ ਪੂਰਾ ਬਦਲ ਕੇ ਰੱਖ ਦੇਣਾ।
ਤਾਂ ਆਪਾਂ ਹਮੇਸ਼ਾ ਕਹਾਂਗੇ ਵੀ ਜੇ ਉਹ ਰਿਫਾਰਮਰ ਸੀਗੇ ਤਾਂ ਕਾਫੀ ਰੈਡੀਕਲ ਰਿਫਾਰਮਰ ਸੀਗੇ। ਉਹਨਾਂ ਨੇ ਕਾਫੀ ਜਿਹੜੀ ਉਸ ਸਮੇਂ ਦੀਆਂ ਪ੍ਰਚਲਿਤ ਸੋਸ਼ਲ ਕੰਡੀਸ਼ਨਸ ਜਾਂ ਸੋਸ਼ਲ ਨੋਰਮ ਸੀਗੇ ਉਹਨਾਂ ਨੂੰ ਚੈਲੰਜ ਕੀਤਾ ਸੀਗਾ। ਪੁਰਾਣਿਕ ਮੈਥੋਲੋਜੀ ਤੇ ਫੇਥ ਰੱਖਣ 'ਚ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਕੋਈ ਵਿਸ਼ਵਾਸ ਨਹੀਂ ਸੀ ਉਹਨਾਂ ਨੂੰ ਪੁਰਾਣਸ ਤੇ ਵੇਦਾਸ 'ਚ। ਤਾਂ ਆਪਾਂ ਕਹਾਂਗੇ ਉਹ ਰੈਡੀਕਲ ਰਿਫਾਰਮਰ ਸੀਗੇ। ਸਿੱਖਾਂ ਦੇ ਦੂਜੇ ਗੁਰੂ ਸਨ ਗੁਰੂ ਅੰਗਦ ਦੇਵ ਜੀ। 1539 ਤੋਂ ਲੈ ਕੇ 1552 ਈਸਵੀ ਤੱਕ ਇਹ ਗੁਰਗੱਦੀ ਤੇ ਵਿਰਾਜਮਾਨ ਸਨ। ਗੁਰੂ ਅੰਗਦ ਦੇਵ ਜੀ ਦੇ ਟਾਈਮ ਪੀਰੀਅਡ 'ਚ ਦੋ ਮੁਗਲ ਐਂਪਰਰ ਹੋਏ ਨੇ। ਇੱਕ ਤਾਂ ਹੁਮਾਯੂੰ 1530 ਤੋਂ 1540 ਤੱਕ, ਫਿਰ ਉਹਨੂੰ ਸ਼ੇਰ ਸ਼ਾਹ ਸੂਰੀ ਨੇ ਡਿਸਪਲੇਸ ਕਰਤਾ ਸੀ। ਕੁਝ ਸਮਾਂ ਉਹਦੇ ਵੰਸ਼ਜ ਜਿਹੜੇ ਹੈਗੇ ਨੇ ਮੁਗਲ ਐਂਪਰਰ ਦੀ ਥਰੋਨ ਤੇ ਬੈਠਦੇ ਨੇ। ਫਿਰ ਹੁਮਾਯੂੰ ਆਪਣਾ ਖੁੱਸਿਆ ਹੋਇਆ ਰਾਜ ਭਾਗ ਦੁਬਾਰਾ ਹਾਸਲ ਕਰ ਲੈਂਦਾ ਹੈਗਾ 1555 ਦੇ ਆਸ-ਪਾਸ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨਾਮ ਦਾ ਸ਼ਹਿਰ ਵਸਾਇਆ ਸੀ, ਜੋ ਮੌਜੂਦਾ ਤਰਨਤਾਰਨ ਜ਼ਿਲ੍ਹੇ ਵਿੱਚ ਹੈਗਾ। ਹੁਣ ਆਹ ਜਿਹੜੇ ਸ਼ਹਿਰ ਨੇ ਜਿਵੇਂ ਖਡੂਰ ਸਾਹਿਬ, ਆਪਾਂ ਨੈਕਸਟ ਗੁਰੂ ਦੀ ਜਦੋਂ ਗੱਲ ਕਰਾਂਗੇ ਉਹਨਾਂ ਨੇ ਗੋਇੰਦਵਾਲ ਸਾਹਿਬ ਵਸਾਇਆ ਸੀ। ਤਾਂ ਬਹੁਤ ਸਾਰੇ ਸ਼ਹਿਰ ਵਸਾਏ ਸੀਗੇ ਜਿੰਨੇ ਵੀ ਗੁਰੂ ਸਾਹਿਬਾਨ ਨੇ। ਉਹਨਾਂ ਨੇ ਗੁਰੂ ਸਾਹਿਬਾਨ ਨੇ ਇਸ ਤਰੀਕੇ ਨਾਲ ਸ਼ਹਿਰ ਕਿਉਂ ਵਸਾਏ ਸੀ, ਇਹਦਾ ਇੱਕ ਕਾਰਨ ਸੀ। ਜਦੋਂ ਵੀ ਗੁਰਗੱਦੀ ਅਗਲੇ ਗੁਰੂ ਤੱਕ ਪਹੁੰਚਦੀ ਸੀਗੀ ਤਾਂ ਜਿਹੜੇ ਪਿਛਲੇ ਗੁਰੂ ਦੇ ਪੁੱਤਰ ਸਨ ਉਹ ਕਲੇਮ ਕਰ ਸਕਦੇ ਸੀ ਐਜ਼ ਅ ਮੈਟਰ ਆਫ ਇਨਹੈਰੀਟੈਂਸ ਜੋ ਵੀ ਗੁਰੂ ਜੀ ਦੀ ਪ੍ਰਾਪਰਟੀ ਹੁੰਦੀ ਸੀ ਜਾਂ ਜਿੱਥੇ ਉਹ ਪ੍ਰੀਚ ਕਰਦੇ ਸੀ। ਤਾਂ ਜਿਹੜੇ ਨੈਕਸਟ ਗੁਰੂ ਹੁੰਦੇ ਸੀਗੇ ਉਹ ਉੱਥੋਂ ਜਗ੍ਹਾ ਬਦਲ ਕੇ ਕਿਤੇ ਹੋਰ ਚਲੇ ਜਾਂਦੇ ਸੀ, ਸ਼ਿਫਟ ਹੋ ਜਾਂਦੇ ਸੀਗੇ। ਕਾਰਨ ਇਹ ਸੀ ਲਾਅ ਆਫ ਇਨਹੈਰੀਟੈਂਸ। ਤਾਂ ਇਹਨਾਂ ਨੂੰ ਵੀ ਇਹ ਐਡਵਾਈਸ ਕੀਤਾ ਗਿਆ ਵੀ ਤੁਸੀਂ ਕਰਤਾਰਪੁਰ ਛੱਡ ਕੇ ਕਿਤੇ ਹੋਰ ਸ਼ਿਫਟ ਹੋ ਜਾਓ। ਤਾਂ ਇਹ ਖਡੂਰ ਸਾਹਿਬ ਨਾਂ ਦਾ ਸ਼ਹਿਰ ਵਸਾਉਂਦੇ ਨੇ ਪ੍ਰਚਾਰ ਲਈ। ਤੇ ਇਹਨਾਂ ਦੀ ਗੁਰਮੁਖੀ ਸਕ੍ਰਿਪਟ ਨੂੰ ਕਾਫੀ ਵੱਡੀ ਦੇਣ ਆ। ਗੁਰੂ ਨਾਨਕ ਦੇਵ ਜੀ ਦੀ ਪੱਟੀ ਨੂੰ ਇਹਨਾਂ ਨੇ ਪ੍ਰੀਸਾਈਜ਼ ਤੇ ਐਕੂਰੇਟ ਕੀਤਾ ਤੇ ਗੁਰਮੁਖੀ ਨੂੰ ਪਪੂਲਰਾਈਜ਼ ਕੀਤਾ। ਜਿਹੜੀ ਉਹ 35 ਅੱਖਰੀ ਗੁਰਮੁਖੀ ਸਕ੍ਰਿਪਟ ਆਪਣੇ ਕੋਲ ਮੌਜੂਦ ਹੈਗੀ ਅੱਜ, ਉਹਨੂੰ ਲੜੀਵਾਰ ਤੇ ਸਿਸਟਮੈਟਿਕ ਕਰਨ ਦਾ ਕੰਮ ਜਿਹੜਾ ਹੈਗਾ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ। ਤੇ ਹੌਲੀ ਹੌਲੀ ਗੁਰਮੁਖੀ ਸਕ੍ਰਿਪਟ ਨੇ ਲੰਡਾ ਐਲਫਾਬੈਟਸ ਜਾਂ ਲੰਡਾ ਸਕ੍ਰਿਪਟ ਨੂੰ ਰਿਪਲੇਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪਹਿਲਾਂ ਇਹ ਜ਼ਿਆਦਾ ਪਪੂਲਰ ਸੀ। ਫਿਰ ਉਹਨਾਂ ਨੇ ਮਾਲ ਅਖਾੜੇ ਦਾ ਟ੍ਰੈਡੀਸ਼ਨ ਵੀ ਚਲਾਇਆ, ਕੁਸ਼ਤੀ ਵਗੈਰਾ ਦਾ, ਕਿਉਂਕਿ ਉਹ ਮੰਨਦੇ ਸੀ ਵੀ ਫਿਜ਼ੀਕਲ ਫਿਟਨੈਸ ਵੀ ਜ਼ਰੂਰੀ ਹੈਗੀ ਆ। ਉਹਨਾਂ ਦੇ ਟਾਈਮ ਪੀਰੀਅਡ 'ਚ ਮੰਨਿਆ ਜਾਂਦਾ ਹੈਗਾ ਭਾਈ ਬਾਲੇ ਵਾਲੀ ਜਨਮ ਸਾਖੀ ਕੰਪਲੀਟ ਹੁੰਦੀ ਹੈ। ਅਸਲ 'ਚ ਜਨਮ ਸਾਖੀ ਕੀ ਹੁੰਦੀ ਹੈ? ਹੈਗਿਓਗ੍ਰਾਫੀ ਅਕਾਊਂਟ। ਹੈਗਿਓਗ੍ਰਾਫੀ ਨੂੰ ਆਪਾਂ ਪੰਜਾਬੀ 'ਚ ਜਨਮ ਸਾਖੀ ਕਹਿ ਦਿੰਦੇ ਹੈਗੇ ਆ। ਹੈਗਿਓਗ੍ਰਾਫੀ ਦਾ ਮਤਲਬ ਹੁੰਦਾ ਵੀ ਕੋਈ ਵੀ ਬਾਇਓਗ੍ਰਾਫੀ ਜਿਹਦੇ ਵਿੱਚ ਜਿਹੜਾ ਬਾਇਓਗ੍ਰਾਫਰ ਆ ਉਹ ਜਿਹਦੇ ਲਈ ਬਾਇਓਗ੍ਰਾਫੀ ਲਿਖ ਰਿਹਾ ਹੈਗਾ ਉਹ ਉਹਦੇ ਲਈ ਕਾਫੀ ਰੈਫਰੈਂਸ ਰੱਖਦਾ ਹੈਗਾ। ਜਿਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਮੰਨਿਆ ਜਾਂਦਾ ਹੈਗਾ ਭਾਈ ਬਾਲੇ ਨੇ ਲਿਖੀ ਸੀ ਤੇ ਇਹ ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ ਸੀ ਇੱਕ ਤਰੀਕੇ ਨਾਲ। ਫਿਰ ਗੁਰੂ ਅੰਗਦ ਦੇਵ ਜੀ ਨੇ ਹੁਮਾਯੂੰ ਨੂੰ ਵੀ ਆਸ਼ੀਰਵਾਦ ਦਿੱਤਾ ਜਦੋਂ ਉਹਦਾ ਰਾਜ ਭਾਗ ਖੁੱਸ ਗਿਆ ਸੀਗਾ। ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਸੀ ਤੇ ਉਸ ਪ੍ਰਥਾ ਨੂੰ ਇਹਨਾਂ ਨੇ ਅੱਗੇ ਵਧਾਇਆ। ਲੰਗਰ ਦੀ ਜ਼ਿੰਮੇਵਾਰੀ ਮਾਤਾ ਖੀਵੀ ਜੀ ਜੋ ਇਹਨਾਂ ਦੇ ਧਰਮ ਪਤਨੀ ਸੀਗੇ ਉਹਨਾਂ ਕੋਲ ਸੀਗੇ ਇਹਨਾਂ ਦੇ ਟਾਈਮ ਪੀਰੀਅਡ ਵਿੱਚ। ਤੇ ਇਹਨਾਂ ਨੇ ਇੱਕ ਡੈਕਲੇਰੇਸ਼ਨ ਦਿੱਤੀ ਵੀ ਜਿਹੜੇ ਉਦਾਸੀਜ਼ ਨੇ, ਸ਼੍ਰੀ ਚੰਦ ਦੇ ਫਾਲੋਅਰਸ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ, ਉਹ ਸਿੱਖ ਸਮੁਦਾਇ ਦਾ ਹਿੱਸਾ ਨਹੀਂ ਹੈਗੇ, ਕਿਉਂਕਿ ਹਾਊਸ ਹੋਲਡਰ ਧਰਮ ਹੈਗਾ ਸਿੱਖੀਜ਼ਮ, ਅਸੈਟਿਸਿਜ਼ਮ ਜਾਂ ਸੰਨਿਆਸ 'ਚ ਬਿਲੀਵ ਨਹੀਂ ਕਰਦੇ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਆਉਂਦੇ ਨੇ 1552 ਤੋਂ 1574 ਤੱਕ। ਇਹਨਾਂ ਦੇ ਟਾਈਮ ਪੀਰੀਅਡ 'ਚ ਸ਼ੇਰਸ਼ਾਹ ਸੂਰੀ ਦੇ ਕੁਝ ਵੰਸ਼ਜ ਸੀਗੇ, ਉਹ ਮੁਗਲ ਐਂਪਰਰ ਦੀ ਥਰੋਨ ਤੇ ਸੀਗੇ। ਫਿਰ ਉਸ ਤੋਂ ਬਾਅਦ ਹੁਮਾਯੂੰ ਆਪਣਾ ਰਾਜ ਭਾਗ ਖੁੱਸਿਆ ਹੋਇਆ ਵਾਪਸ ਹਾਸਲ ਕਰਦਾ ਹੈਗਾ। ਪਰ ਜ਼ਿਆਦਾਤਰ ਸਮੇਂ ਇਹਨਾਂ ਦੀ ਗੁਰਗੱਦੀ ਜਦੋਂ ਹੈਗੀ ਸੀ ਉਦੋਂ ਮੁਗਲ ਐਂਪਰਰ ਜਿਹੜਾ ਹੈਗਾ ਸੀ ਉਹ ਅਕਬਰ ਸੀ। ਤੇ ਮੰਨਿਆ ਜਾਂਦਾ ਹੈ ਅਕਬਰ ਨੇ ਲੰਗਰ ਛਕਿਆ ਸੀਗਾ ਗੁਰੂ ਅਮਰਦਾਸ ਜੀ ਕੋਲ ਆ ਕੇ। ਉਹਨਾਂ ਨੂੰ ਮਿਲਣ ਤੋਂ ਪਹਿਲਾਂ ਉਹਨੂੰ ਲੰਗਰ 'ਚ ਬੈਠਣਾ ਪਿਆ ਸੀਗਾ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਖਡੂਰ ਸਾਹਿਬ ਨੂੰ ਕਲੇਮ ਕੀਤਾ ਦੱਸੂ ਤੇ ਦੱਤੂ ਨੇ ਜੋ ਪਿਛਲੇ ਗੁਰੂ ਦੇ ਪੁੱਤਰ ਸਨ। ਤਾਂ ਇਹਨਾਂ ਨੂੰ ਸ਼ਿਫਟ ਹੋਣਾ ਪਿਆ। ਗੋਇੰਦਵਾਲ ਸਾਹਿਬ ਨਾਮ ਦਾ ਇਹਨਾਂ ਨੇ ਸ਼ਹਿਰ ਵਸਾਇਆ ਜੋ ਤਰਨਤਾਰਨ ਜ਼ਿਲ੍ਹੇ ਵਿੱਚ ਹੈਗਾ। ਇਹਨਾਂ ਨੇ ਇੱਕ ਹੋਰ ਇੰਪੋਰਟੈਂਟ ਚੀਜ਼ ਕੀਤੀ, ਬਾਉਲੀ ਡਿੱਗ ਕਰਾਈ। ਇਹ 84 ਸਟੈਪਸ ਦੀ ਸੀਗੀ, ਮਤਲਬ ਇੱਕ ਖੂਹ ਸੀ, 84 ਪੌੜੀਆਂ ਉਤਰਨ ਤੋਂ ਬਾਅਦ
ਤੁਸੀਂ ਪਾਣੀ ਤੱਕ ਪਹੁੰਚਦੇ ਸੀ, ਉੱਥੇ ਇਸ਼ਨਾਨ ਕਰਦੇ ਸੀ। ਤਾਂ ਇੱਕ ਤਰੀਕੇ ਨਾਲ ਉਹ ਪਿਲਗ੍ਰਿਮੇਜ ਸਾਈਟ ਬਣ ਗਈ। ਤੇ ਇਹ ਕਿਹਾ ਜਾਂਦਾ ਸੀ ਜੋ ਉੱਥੇ ਇਸ਼ਨਾਨ ਕਰਦਾ ਹੈਗੀ ਉਹਦੀ 84 ਕੱਟੀ ਜਾਂਦੀ ਹੈਗੀ ਆ। ਤਾਂ ਬਾਉਲੀ ਨਾਲ ਕੀ ਹੋਇਆ, ਸਿੱਖਾਂ ਨੂੰ ਇੱਕ ਪਿਲਗ੍ਰਿਮੇਜ ਸਪੌਟ ਮਿਲਿਆ। ਫਿਰ ਸਿੱਖ ਸੈਰਮਨੀਜ਼ ਵੀ ਇਹਨਾਂ ਨੇ ਸੈਪਰੇਟ ਕੀਤੀਆਂ, ਬਰਥ ਦੀ, ਮੈਰਿਜ ਦੀ, ਡੈਥ ਦੀ। ਇਹ ਸੈਰਮਨੀਜ਼ ਜਿਹੜੀਆਂ ਹੈਗੀਆਂ ਨੇ ਸੈਪਰੇਟ ਹੋ ਗਈਆਂ ਹਿੰਦੂ ਸਮੁਦਾਇ ਨਾਲੋਂ। ਜਿਵੇਂ ਡੈਥ ਤੇ ਇਹਨਾਂ ਨੇ ਕਿਹਾ ਵੀ ਤੁਹਾਨੂੰ ਸ਼ੋਕ ਮਨਾਉਣ ਦੀ ਲੋੜ ਨਹੀਂ, ਸਗੋਂ ਬਾਣੀ ਦਾ ਜਾਪ ਕਰਨਾ ਚਾਹੀਦਾ ਹੈਗਾ। ਫਿਰ ਇਹਨਾਂ ਨੇ ਕਿਹਾ ਪੰਗਤ ਮਸਟ ਪ੍ਰੋਸੀਡ ਸੰਗਤ, ਮਤਲਬ ਸੰਗਤ ਬੈਠਣ ਤੋਂ ਪਹਿਲਾਂ ਤੁਸੀਂ ਲੰਗਰ ਛਕਣਾ ਹੈਗਾ। ਇਹ ਗੁਰੂ ਜੀ ਇਨਸਿਸਟ ਕਰਦੇ ਸੀ। ਇਹੀ ਕਾਰਨ ਆ ਵੀ ਅਕਬਰ ਨੇ ਵੀ ਲੰਗਰ ਛਕਿਆ, ਫਿਰ ਗੁਰੂ ਜੀ ਨੂੰ ਮਿਲ ਪਾਇਆ ਉਹ। ਗੁਰੂ ਕਾ ਲੰਗਰ ਅਟੁੱਟ ਵਰਤਿਆ ਜਾਂਦਾ ਸੀ ਇਹਨਾਂ ਦੇ ਟਾਈਮ ਪੀਰੀਅਡ 'ਚ ਵੀ। ਤੇ ਲੰਗਰ ਦਾ ਇਹ ਬੈਨੀਫਿਟ ਸੀ, ਉਹਦੇ ਨਾਲ ਜਾਤ ਪਾਤ ਜਾਂ ਰੈਂਕਿੰਗ ਖਤਮ ਹੋ ਜਾਂਦੀ ਆ, ਕਿਉਂਕਿ ਸਾਰੇ ਤਰੀਕੇ ਦੇ ਲੋਕ ਬਰਾਬਰ ਬੈਠਦੇ ਨੇ, ਅਮੀਰ ਤੇ ਗਰੀਬ ਵੀ ਬੈਠਦੇ ਨੇ, ਹਰੇਕ ਜਾਤ ਦੇ ਲੋਕ ਲੰਗਰ 'ਚ ਬਰਾਬਰ ਬੈਠ ਕੇ ਭੋਜਨ ਛਕਦੇ ਨੇ। ਫਿਰ ਇਹਨਾਂ ਨੇ ਮੰਜੀ ਸਿਸਟਮ ਸਟਾਰਟ ਕੀਤਾ ਹੈਗਾ ਪ੍ਰੀਚਿੰਗ ਡਿਸਟ੍ਰਿਕਟਸ ਦਾ। ਮੰਜੀ ਸਿਸਟਮ ਕੀ ਸੀ, ਕੁਝ ਜੀਓਗ੍ਰਾਫਿਕਲ ਏਰੀਆ 'ਚ ਇੱਕ ਬੰਦੇ ਨੂੰ ਨਿਯੁਕਤ ਕੀਤਾ ਜਾਂਦਾ ਸੀ ਵੀ ਉਹਨੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈਗਾ, ਉਹਨੂੰ ਮੰਜੀ ਬੋਲਿਆ ਜਾਂਦਾ ਸੀ। ਤਾਂ ਇਹਨਾਂ ਨੇ 22 ਮੰਜੀਸ ਐਸਟੈਬਲਿਸ਼ ਕੀਤੀਆਂ। ਉਹਨਾਂ ਦਾ ਕੰਮ ਕੀ ਸੀ, ਪਹਿਲਾ ਕੰਮ ਸੀ ਸਪਰੈਡ ਦਾ ਮੈਸੇਜ ਆਫ ਗੁਰੂ ਨਾਨਕ ਦੇਵ ਜੀ, ਮਤਲਬ ਸਿੱਖ ਧਰਮ ਦੀ ਪ੍ਰੋਪੋਗੇਸ਼ਨ ਕਰਨੀ, ਗੁਰੂ ਨਾਨਕ ਦੇਵ ਜੀ ਦੇ ਵਰਡਸ ਨੂੰ ਅੱਗੇ ਲੈ ਕੇ ਜਾਣਾ। ਦੂਜਾ, ਜਿੰਨੇ ਵੀ ਡਿਸਿਪਲਸ ਸੀਗੇ ਉਹਨਾਂ ਦੀ ਆਫਰਿੰਗਸ ਗੋਇੰਦਵਾਲ ਸਾਹਿਬ ਤੱਕ ਲਿਆਉਣ ਦਾ ਕੰਮ ਵੀ ਮੰਜੀ ਦਾ ਸੀਗਾ। ਤਾਂ ਜਿਹੜੀਆਂ ਮੰਜੀਸ ਐਸਟੈਬਲਿਸ਼ ਹੋਈਆਂ ਸੀਗੀਆਂ ਉਹਨਾਂ ਦੇ ਦੋ ਕੰਮ ਸੀ, ਸਿੱਖ ਧਰਮ ਦਾ ਪ੍ਰੋਪੋਗੇਸ਼ਨ ਤੇ ਜਿਹੜਾ ਵੀ ਚੜਾਵਾ ਚੜ ਰਿਹਾ ਹੈਗਾ ਉਹ ਗੋਇੰਦਵਾਲ ਸਾਹਿਬ ਗੁਰੂ ਜੀ ਤੱਕ ਪਹੁੰਚਾਉਣਾ। ਤੇ ਪੋਥੀਜ਼ ਦਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਕੰਪੋਜੀਸ਼ਨਸ ਸੀਗੀਆਂ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੀਆਂ, ਗੁਰੂ ਅੰਗਦ ਦੇਵ ਜੀ ਦੀਆਂ ਤੇ ਆਪਣੀਆਂ। ਉਸ ਤੋਂ ਬਾਅਦ ਕਈ ਭਗਤ ਹੋਏ ਨੇ, ਭਗਤ ਕਬੀਰ ਜੀ, ਨਾਮਦੇਵ ਜੀ, ਉਹਨਾਂ ਦੀ ਬਾਣੀ ਨੂੰ ਕੰਪਾਈਲ ਕੀਤਾ ਤੇ ਪੋਥੀਜ਼ ਬਣਾਈਆਂ। ਉਹਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ ਉਸ ਵੇਲੇ। ਤੇ ਇੱਕ ਤਰੀਕੇ ਨਾਲ ਇਹ ਪ੍ਰੋਟੋ ਗੁਰੂ ਗ੍ਰੰਥ ਸਾਹਿਬ ਜੀ ਵੀ ਸੀਗੇ। ਫਿਰ ਇਹਨਾਂ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ। ਆਨੰਦ ਕਾਰਜ ਦੀ ਜਿਹੜੀ ਸੈਰਮਨੀ ਆ, ਆਪਾਂ ਪਹਿਲਾਂ ਗੱਲ ਕੀਤੀ ਵੀ ਸਿੱਖ ਸੈਰਮਨੀਜ਼ ਸੈਪਰੇਟ ਹੋ ਰਹੀਆਂ ਸੀ। ਜਿਹੜੀ ਮੈਰਿਜ ਸੈਰਮਨੀ ਹੈਗੀ ਆ ਆਨੰਦ ਕਾਰਜ ਦੀ, ਉਹ ਇਹਨਾਂ ਦੇ ਟਾਈਮ ਪੀਰੀਅਡ 'ਚ ਸਟਾਰਟ ਹੋ ਜਾਂਦੀ ਹੈਗੀ ਆ। ਤੇ 40 ਸਟੈਂਜ਼ਾ ਇੱਕ ਹਾਈਮ ਹੈਗਾ ਆਨੰਦੂ, ਉਹ ਵੀ ਇਹਨਾਂ ਦੀ ਰਚਨਾ ਹੈਗੀ, ਜਿਹੜੇ ਮੈਰਿਜ ਸੈਰਮਨੀ ਵੇਲੇ ਇੱਕ ਪ੍ਰਮੁੱਖ ਰੋਲ ਅਦਾ ਕਰਦਾ ਹੈ। ਫਿਰ ਇਹਨਾਂ ਨੇ ਪਰਦਾ ਸਿਸਟਮ ਤੇ ਸਤੀ ਨੂੰ ਡਿਸਕਰੇਜ ਕੀਤਾ। ਸਤੀ ਦਾ ਮਤਲਬ ਸੀ ਜਦੋਂ ਕਿਸੇ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਜਿਹੜੀ ਘਰ ਵਾਲੀ ਹੈਗੀ ਆ ਉਹ ਪਤੀ ਦੇ ਨਾਲ ਹੀ ਅੱਗ ਦੀ ਭੇਂਟਾ ਚੜ ਜਾਂਦੀ ਸੀ। ਪਰਦੇ ਦਾ ਵੀ ਇਹਨਾਂ ਨੇ ਵਿਰੋਧ ਕੀਤਾ। ਤਾਂ ਇੱਕ ਤਰੀਕੇ ਨਾਲ ਔਮਨ ਐਮਪਾਵਰਮੈਂਟ ਦੇ ਹੀ ਇਹ ਦੋ ਕੰਮ ਸੀ। ਉਸ ਤੋਂ ਬਾਅਦ ਕਿਹਾ ਜਾਂਦਾ ਹੈਗਾ ਵੀ ਅਕਬਰ ਦੇ ਕੋਰਟ 'ਚ ਇੱਕ ਰਿਪਰੈਜ਼ੈਂਟੇਸ਼ਨ ਹੋਈ ਵੀ ਗੁਰੂ ਅਮਰਦਾਸ ਜੀ ਜੋ ਟੀਚ ਕਰ ਰਹੇ ਨੇ ਇਹ ਹਿੰਦੂ ਬਿਲੀਫਸ ਦੇ ਖਿਲਾਫ ਆ ਜਾਂ ਇਸਲਾਮ ਦੇ ਖਿਲਾਫ ਹੈਗਾ। ਇਸ ਲਈ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਹੋਈਆਂ ਅਕਬਰ ਦੇ ਕੋਰਟ 'ਚ, ਪਰ ਅਕਬਰ ਜੀ ਨੂੰ ਇਹੋ ਜਿਹਾ ਕੁਝ ਨਹੀਂ ਲੱਗਿਆ। ਮੁਗਲ ਐਂਪਰਰ ਨੇ ਕਿਹਾ ਵੀ ਬਾਣੀ 'ਚ ਮੈਨੂੰ ਕੁਝ ਗਲਤ ਨਹੀਂ ਲੱਗਦਾ, ਤੇ ਉਲਟਾ ਉਹਨਾਂ ਨੇ ਜਿਹੜੇ ਵੀ ਗੁਰੂ ਅਮਰਦਾਸ ਜੀ ਦੇ ਫਾਲੋਅਰ ਸੀਗੇ ਉਹਨਾਂ ਲਈ ਪਿਲਗ੍ਰਿਮੇਜ ਟੈਕਸ ਜਿਹੜਾ ਲੱਗਦਾ ਸੀਗਾ ਉਹ ਅਬੋਲਿਸ਼ ਕਰਤਾ। ਜੇ ਤੁਸੀਂ ਧਾਰਮਿਕ ਯਾਤਰਾ ਤੇ ਜਾਣਾ ਹੈਗਾ, ਜਿਵੇਂ ਉਸ ਸਮੇਂ ਹਰਿਦੁਆਰ ਕੋਈ ਵਾਰਾਣਸੀ ਜਾ ਰਿਹਾ, ਤਾਂ ਟੈਕਸ ਦੇਣਾ ਪੈਂਦਾ ਸੀ। ਇਹ ਕੰਟਰੋਵਰਸੀ ਕਰਕੇ ਗੁਰੂ ਅਮਰਦਾਸ ਜੀ ਦੀ ਪੋਜੀਸ਼ਨ ਹੋਰ ਉੱਚੀ ਹੋ ਗਈ, ਕਿਉਂਕਿ ਮੁਗਲ ਐਂਪਰਰ ਨੇ ਉਹਨਾਂ ਦਾ ਪਿਲਗ੍ਰਿਮੇਜ ਟੈਕਸ ਵੀ ਮਾਫ ਕਰਤਾ ਸੀ। ਹੁਣ ਇਹ ਟੌਪਿਕ ਕੰਟਰੋਵਰਸ਼ੀਅਲ ਇਹ ਆ ਕਿਉਂਕਿ ਗੁਰੂ ਅਮਰਦਾਸ ਜੀ ਜਿਹੜੇ ਹੈਗੇ ਨੇ ਉਹ ਸਿੱਖ ਧਰਮ ਨਾਲ ਰਿਲੇਟ ਕਰ ਰਹੇ ਨੇ, ਉਹ ਸਿੱਖਾਂ ਦੇ ਗੁਰੂ ਨੇ, ਤੇ ਸਿੱਖੀਜ਼ਮ 'ਚ ਪਿਲਗ੍ਰਿਮੇਜ ਦੀ ਥਾਂ ਨਹੀਂ ਹੈਗੀ। ਤੇ ਜੇ ਹੈਗੀ ਵੀ ਹੈਗੀ ਆ, ਉਸ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਸਿੱਖ ਗੁਰੂ ਨੇ ਉਹ ਹਰਿਦੁਆਰ ਮੱਥਾ ਟੇਕਣ ਗਏ ਜਾਂ ਵਾਰਾਣਸੀ। ਇਹ ਮੰਨਿਆ ਜਾਂਦਾ ਹੈਗਾ ਵੀ ਗੁਰੂ ਜੀ ਵਾਰਾਣਸੀ ਜਾਂ ਹਰਿਦੁਆਰ ਉਹ ਏਰੀਆ 'ਚ ਜਾ ਕੇ ਪ੍ਰੀਚਿੰਗ ਕਰ ਰਹੇ ਸੀ, ਮਤਲਬ ਸਿੱਖ ਧਰਮ ਦੀ ਹੀ ਪ੍ਰੋਪੋਗੇਸ਼ਨ ਕਰ ਰਹੇ ਸੀ, ਇਸ ਲਈ ਉੱਥੇ ਗਏ ਸੀ, ਨਾ ਕਿ ਪਿਲਗ੍ਰਿਮੇਜ ਲਈ। ਪਰ ਕਿਉਂਕਿ ਉੱਥੇ ਜੋ ਵੀ ਜਾਂਦਾ ਸੀ ਪਿਲਗ੍ਰਿਮੇਜ ਟੈਕਸ ਦੇਣਾ ਪੈਂਦਾ ਸੀ, ਤਾਂ ਟੈਕਸ ਮਾਫ ਕਰਨ ਦਾ ਉਹਨਾਂ ਨੂੰ ਲਾਹਾ ਹੋਇਆ, ਉਹਨਾਂ ਦੇ ਫਾਲੋਅਰਸ ਨੂੰ ਲਾਹਾ ਹੋਇਆ। discouraged followers from celebrating old Hindu festivals in ordinary Hindu fashion। ਤਾਂ ਜਿਹੜੇ ਪੁਰਾਣੇ ਹਿੰਦੂ ਸਮੁਦਾਇ ਦੇ ਤਿਉਹਾਰ ਸੀਗੇ ਉਹਨਾਂ ਨੂੰ ਇਹਨਾਂ ਨੇ ਡਿਸਕਰੇਜ ਕੀਤਾ ਵੀ ਉਸ ਤਰੀਕੇ ਨਾਲ ਨਹੀਂ ਮਨਾਉਣੇ ਜਿਵੇਂ ਪੁਰਾਣੇ ਤਰੀਕੇ ਨਾਲ ਮਨਾਏ ਜਾ ਰਹੇ ਸੀ। ਤਾਂ ਆਪਾਂ ਕਹਿ ਸਕਦੇ ਹਾਂ ਇਹ ਸਮੇਂ 'ਚ ਜਿਹੜਾ ਸਿੱਖ ਧਰਮ ਹੈ ਇੱਕ ਫਾਰਮ ਲੈ ਰਿਹਾ ਸੀ ਤੇ ਸੈਪਰੇਟ ਹੋ ਰਿਹਾ ਸੀ ਹਿੰਦੂ ਧਰਮ ਤੋਂ।
ਆਪਾਂ ਪਹਿਲਾਂ ਵੀ ਗੱਲ ਕੀਤੀ ਬਰਥ ਤੇ ਡੈਥ ਸੈਰੇਮਨੀਜ਼ ਜਿਵੇਂ ਸੈਪਰੇਟ ਹੋ ਗਈ, ਤੇ ਇਹਨਾਂ ਦੇ ਸਨ ਇਨ ਲੋ ਜਿਹੜੇ ਜਵਾਈ ਸੀ ਭਾਈ ਜੇਠਾ ਜੀ ਸੀਗੇ, ਉਹਨਾਂ ਨੂੰ ਅੱਗੇ ਗੁਰਗੱਦੀ ਮਿਲਦੀ ਹੈ ਤੇ ਉਹਨਾਂ ਦਾ ਨਾਮ ਬਦਲ ਕੇ ਗੁਰੂ ਰਾਮਦਾਸ ਜੀ ਹੋ ਜਾਂਦਾ ਹੈਗਾ। ਇਹਨਾਂ ਦੀ ਪੁੱਤਰੀ ਸੀ ਬੀਬੀ ਭਾਨੀ ਜੀ। ਇਹਨਾਂ ਨੂੰ ਅਕਬਰ ਨੇ ਲੈਂਡ ਗ੍ਰਾਂਟ ਕੀਤੀ ਸੀਗੀ, ਮਤਲਬ ਕਈ ਪਿੰਡ ਸੀਗੇ ਜੋ ਅਕਬਰ ਨੇ ਗ੍ਰਾਂਟ ਕਰ ਦਿੱਤੇ ਸੀਗੇ। ਤੇ ਇਸ ਤੋਂ ਬਾਅਦ ਜਿਹੜੀ ਗੁਰਗੱਦੀ ਹੈ ਪਰਿਵਾਰ 'ਚ ਹੀ ਰਹਿੰਦੀ ਆ, ਇਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ। ਜਿਹੜੀ ਪਹਿਲਾਂ ਗੁਰਗੱਦੀ ਸੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ, ਇਹ ਰਿਲੇਟਡ ਨਹੀਂ ਸੀਗੇ। ਉਸ ਤੋਂ ਬਾਅਦ ਗੁਰਗੱਦੀ ਪਰਿਵਾਰ 'ਚ ਹੀ ਰਹਿੰਦੀ ਹੈ, ਜਿਵੇਂ ਉਹਨਾਂ ਦੇ ਜਵਾਈ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਆਉਂਦੇ ਹਨ। 1574 ਤੋਂ ਲੈ ਕੇ 1581 ਤਕਰੀਬਨ 7 ਸਾਲ ਇਹ ਗੁਰਗੱਦੀ ਤੇ ਵਿਰਾਜਮਾਨ ਸਨ। ਇਹਨਾਂ ਦੇ ਟਾਈਮ ਪੀਰੀਅਡ 'ਚ ਮੁਗਲ ਐਂਪਰਰ ਅਕਬਰ ਸੀ। ਅਕਬਰ ਲਿਬਰਲ ਸੀ, ਸੈਕੂਲਰ ਸੀ। ਅਕਬਰ ਦੇ ਟਾਈਮ ਪੀਰੀਅਡ 'ਚ ਸਿੱਖੀਜ਼ਮ ਦੀ ਕਾਫੀ ਪ੍ਰੋਪੋਗੇਸ਼ਨ ਹੋਈ, ਸਿੱਖੀਜ਼ਮ ਦਾ ਪ੍ਰਚਾਰ ਕਾਫੀ ਹੋਇਆ, ਤੇ ਇਹਨਾਂ ਨੇ 4 ਸਟੈਂਜ਼ਾ ਹਾਈ ਲਾਵਾਂ ਕੰਪੋਜ਼ ਕੀਤਾ ਸੀ। ਤੇ ਜਿਹੜੇ ਲਾਵਾਂ ਨੇ ਇਹ ਆਨੰਦ ਕਾਰਜ ਦਾ ਇੰਪੋਰਟੈਂਟ ਪਾਰਟ ਨੇ। ਤਾਂ ਆਨੰਦ ਕਾਰਜ ਸੈਰੇਮਨੀ ਜਿਹੜੀ ਵਿਆਹ ਦੀ ਸੈਰੇਮਨੀ ਸੀ, ਗੁਰੂ ਰਾਮਦਾਸ ਜੀ ਦਾ ਵੀ ਇੱਥੇ ਕੰਟਰੀਬਿਊਸ਼ਨ ਹੈ। ਫਿਰ ਇਹਨਾਂ ਨੇ ਘੋੜੀਆਂ ਦੀ ਵੀ ਰਚਨਾ ਕੀਤੀ ਸੀ। ਇਹ ਮੈਰਿਜ ਤੋਂ ਕੁਝ ਦਿਨ ਪਹਿਲਾਂ ਗਾਏ ਜਾਂਦੇ ਹਨ, ਤਾਂ ਕੁਝ ਘੋੜੀਆਂ ਵੀ ਸੀਗੀਆਂ ਜੋ ਇਹਨਾਂ ਦੀ ਰਚਨਾ ਹਨ। ਫਿਰ ਇਹ ਬੀਬੀ ਭਾਨੀ ਜੀ ਨੂੰ ਮੈਰਿਡ ਸੀਗੇ ਜੋ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸਨ। ਉਹਨਾਂ ਦਾ ਇੱਕ ਬੇਟਾ ਹੋਇਆ ਗੁਰੂ ਅਰਜਨ ਦੇਵ ਜੀ। ਤਾਂ ਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਉਹ ਸਿੱਖਾਂ ਦੇ 5ਵੇਂ ਗੁਰੂ ਬਣੇ। ਇਹਨਾਂ ਨੇ ਇੱਕ ਇੰਪੋਰਟੈਂਟ ਕੰਮ ਕਰਵਾਇਆ, ਅੰਮ੍ਰਿਤਸਰ ਸਰੋਵਰ ਦੀ ਖੁਦਾਈ। ਇੱਕ ਸਰੋਵਰ ਦੀ ਖੁਦਾਈ ਕਰਵਾਈ, ਕਿੱਥੇ? ਜਿੱਥੇ ਅਕਬਰ ਨੇ ਲੈਂਡ ਗ੍ਰਾਂਟ ਕੀਤੀ ਸੀਗੀ ਬੀਬੀ ਭਾਨੀ ਜੀ ਨੂੰ, ਇਹਨਾਂ ਦੀ ਧਰਮ ਪਤਨੀ ਜੀ ਨੂੰ, ਤੇ ਉੱਥੇ ਆਲੇ ਦੁਆਲੇ ਇੱਕ ਸ਼ਹਿਰ ਵਸਾਇਆ ਜਿਹਨੂੰ ਪਹਿਲਾਂ ਗੁਰੂ ਕਾ ਚੱਕ ਜਾਂ ਰਾਮਦਾਸਪੁਰ ਕਹਿੰਦੇ ਸਨ, ਤੇ ਅੱਜ ਦੀ ਡੇਟ 'ਚ ਅੰਮ੍ਰਿਤਸਰ ਕਹਿੰਦੇ। ਤਾਂ ਅੰਮ੍ਰਿਤਸਰ ਜਿਹੜੀ ਸਿੱਖਾਂ ਦੀ ਸਭ ਤੋਂ ਪਵਿੱਤਰ ਸਥਾਨ ਆ, ਇਹਦਾ origin ਗੁਰੂ ਰਾਮਦਾਸ ਜੀ ਦੇ ਟੈਨਿਓਰ 'ਚ ਹੁੰਦਾ ਹੈਗਾ। ਤੇ ਸ਼ਹਿਰ ਵਸਾਉਣ ਦੇ ਨਾਲ ਨਾਲ ਇਹਨਾਂ ਨੇ encourage ਕੀਤਾ ਵੀ ਵਪਾਰੀ ਤੇ ਦੁਕਾਨਦਾਰ ਉੱਥੇ ਸੈਟਲ ਹੋਣ, ਕਿਉਂਕਿ ਜਿਹੜਾ ਵਪਾਰ ਹੈ ਉਹ ਵੀ ਕਿਸੇ ਸ਼ਹਿਰ ਲਈ ਇੰਪੋਰਟੈਂਟ ਹੁੰਦਾ ਹੈਗਾ, ਤੇ ਸੰਗਤਾਂ ਲਈ ਵੀ ਇੰਪੋਰਟੈਂਟ ਸੀ ਵੀ ਉਹਨਾਂ ਦੀ ਬੇਸਿਕ ਨੀਡਸ ਫੁੱਲਫਿਲ ਹੋ ਸਕਣ। ਜੇ ਉਹ ਕੰਮ ਕਰਨਗੇ ਵਪਾਰ ਵਗੈਰਾ, ਤਾਂ ਉਹਨਾਂ ਦੀਆਂ ਬੇਸਿਕ ਨੀਡਸ ਸੈਟੀਸਫਾਈ ਹੋਣਗੀਆਂ, ਫੇਰ ਹੀ ਆਪਾਂ ਧਰਮ ਦੀ ਗੱਲ ਕਰ ਸਕਦੇ ਹੈਗੇ। ਭੁੱਖੇ ਪੇਟ ਆਪਾਂ ਧਰਮ ਦੀ ਗੱਲ ਨਹੀਂ ਕਰ ਸਕਦੇ। ਜਿਵੇਂ ਪਿਛਲੇ ਗੁਰੂ ਜੀ ਨੇ ਮੰਜੀ ਸਿਸਟਮ ਚਲਾਇਆ ਸੀ, ਇਹਨਾਂ ਨੇ ਮਸੰਦ ਸਿਸਟਮ ਚਲਾਇਆ। ਜਿਹੜੇ ਮਸੰਦ ਸੀਗੇ ਇਹ ਉਹੀ ਬੰਦੇ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਮੈਸੇਜ ਨੂੰ ਅੱਗੇ ਲੈ ਕੇ ਜਾਂਦੇ ਤੇ, ਮਤਲਬ ਸਿੱਖ ਧਰਮ ਦੀ ਪ੍ਰੋਪੋਗੇਸ਼ਨ ਕਰਦੇ ਸਨ। ਇਹਨਾਂ ਦੇ ਟਾਈਮ ਪੀਰੀਅਡ 'ਚ ਇੱਕ ਇੰਪੋਰਟੈਂਟ ਪਰਸਨੈਲਿਟੀ ਸਨ ਭਾਈ ਗੁਰਦਾਸ ਜੀ। ਇਹ ਵੀ ਮਸੰਦ ਸਨ, ਇੱਕ ਤਰੀਕੇ ਨਾਲ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸਨ। ਭਾਈ ਗੁਰਦਾਸ ਜੀ ਵੈਸੇ ਕਾਫੀ ਇੰਪੋਰਟੈਂਟ ਪਰਸਨੈਲਿਟੀ ਨੇ। ਇਹਨਾਂ ਨੇ ਅੰਮ੍ਰਿਤਸਰ ਸਰੋਵਰ ਜਿਹੜਾ ਹੈਗਾ ਸੀ ਉਹਦੀ ਖੁਦਾਈ 'ਚ ਹਿੱਸਾ ਲਿਆ। ਉਸ ਤੋਂ ਬਾਅਦ ਇਹ ਅਕਬਰ ਦੇ ਕੋਰਟ 'ਚ ਵੀ ਰਿਪਰੈਜ਼ੈਂਟੇਸ਼ਨ ਲਈ ਜਾਂਦੇ ਰਹੇ। ਜੇ ਕੋਈ ਗੁਰਬਾਣੀ ਤੇ ਸਵਾਲ ਚੁੱਕਦਾ ਸੀ ਵੀ ਇਸਲਾਮ ਦੇ ਖਿਲਾਫ ਆ ਜਾਂ ਹਿੰਦੂ ਸਮੁਦਾਇ ਦੇ ਖਿਲਾਫ ਹੈਗਾ। ਉਸ ਤੋਂ ਬਾਅਦ ਮਸੰਦ ਡਿਊਰਿੰਗ ਗੁਰੂ ਅਰਜਨ ਦੇਵ ਜੀ ਟਾਈਮ, ਤਾਂ ਇਹਨਾਂ ਨੇ ਮਸੰਦ ਦਾ ਜਿਹੜਾ ਕੰਮ ਹੈਗਾ ਉਹ 5ਵੇਂ ਗੁਰੂ ਦੇ ਟਾਈਮ ਪੀਰੀਅਡ 'ਚ ਵੀ ਕੀਤਾ ਹੈਗਾ। ਫਿਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਜਦੋਂ ਅਕਾਲ ਤਖਤ ਜੀ ਦੀ ਸਥਾਪਨਾ ਹੋਈ, ਤਾਂ ਉੱਥੇ ਇਹ ਪਹਿਲੇ ਜਥੇਦਾਰ ਵੀ ਸਨ। ਤਾਂ ਇੰਪੋਰਟੈਂਟ ਪਰਸਨੈਲਿਟੀ ਨੇ ਸਿੱਖੀਜ਼ਮ ਦੇ ਵਿੱਚ ਭਾਈ ਗੁਰਦਾਸ ਜੀ। ਸਿੱਖਾਂ ਦੇ 5ਵੇਂ ਗੁਰੂ ਸਨ ਗੁਰੂ ਅਰਜਨ ਦੇਵ ਜੀ। 1581 ਤੋਂ ਲੈ ਕੇ 1606 ਤੱਕ ਇਹ ਗੁਰੂ ਸਨ। ਅਕਬਰ ਤੇ ਜਹਾਂਗੀਰ ਇਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਮੁਗਲ ਐਮਪਰਰ ਸੀਗੇ। ਮੁਗਲ ਐਮਪਰਰ ਅਕਬਰ ਸੀਗਾ ਜਿਹੜਾ, ਇਹ ਜ਼ਿਆਦਾ ਟਾਈਮ ਸੀਗਾ ਗੁਰੂ ਅਰਜਨ ਦੇਵ ਜੀ ਦੇ ਟਾਈਮ ਪੀਰੀਅਡ 'ਚ, ਤੇ ਗੁਰੂ ਅਰਜਨ ਦੇਵ ਜੀ ਦੇ ਅੰਤਲੇ ਸਮੇਂ 'ਚ ਜਹਾਂਗੀਰ ਮੁਗਲ ਐਮਪਰਰ ਸੀਗਾ। ਇਹ 1605 ਤੋਂ 1627 ਰਿਹਾ। ਤਾਂ 1605 ਤੇ 1606 ਦੇ ਵਿੱਚ ਜਿਹੜਾ ਹੈਗਾ ਸੀ ਜਹਾਂਗੀਰ ਮੁਗਲ ਐਮਪਰਰ ਸੀ, ਤੇ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਸੀਗੇ। ਅਕਬਰ ਜ਼ਿਆਦਾ ਲਿਬਰਲ ਸੀਗਾ, ਜਿਹੜਾ ਜਹਾਂਗੀਰ ਸੀ ਇਹ ਬਾਇਗੋਟ ਸੀਗਾ। ਇਹ ਕੱਟੜ ਮੁਸਲਮਾਨ ਸੀ ਤੇ ਸਿੱਖ ਧਰਮ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਸੀਗਾ। ਤਾਂ ਕਰਕੇ ਅਕਬਰ ਦੇ ਟਾਈਮ ਪੀਰੀਅਡ 'ਚ ਸਿੱਖ ਧਰਮ ਕਾਫੀ ਪ੍ਰੋਪੋਗੇਟ ਹੋਇਆ, ਪਰ ਜਹਾਂਗੀਰ ਦੇ ਟਾਈਮ ਪੀਰੀਅਡ 'ਚ ਕਾਫੀ ਚੈਲੰਜਸ ਆਏ। ਗੁਰੂ ਅਰਜਨ ਦੇਵ ਜੀ ਨੇ ਕੀ ਕੰਮ ਕੀਤੇ? ਪਹਿਲਾਂ ਤਾਂ ਗੁਰੂ ਰਾਮਦਾਸ ਜੀ ਨੇ ਜਿਹੜਾ ਅੰਮ੍ਰਿਤਸਰ ਸਰੋਵਰ ਕੰਸਟਰਕਟ ਕਰਨਾ ਸ਼ੁਰੂ ਕੀਤਾ ਸੀ, ਉਹਨੂੰ ਕੰਪਲੀਟ ਇਹਨਾਂ ਨੇ ਕਰਾਇਆ ਗੁਰੂ ਅਰਜਨ ਦੇਵ ਜੀ ਨੇ। ਫਿਰ ਸਰੋਵਰ ਦੇ ਵਿੱਚੋਂ ਵਿੱਚ ਸਿੱਖਾਂ ਦੀ ਸਭ ਤੋਂ ਪਵਿੱਤਰ ਸਥਾਨ ਜਿਹੜਾ ਅੱਜ ਹੈ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ, ਉਹਨਾਂ ਨੇ ਕੰਸਟਰਕਟ ਕਰਵਾਇਆ ਸੀਗਾ।
ਤਾਂ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਕੰਸਟਰਕਟ ਕਰਵਾਇਆ, ਤੇ ਇਹਦਾ ਜਿਹੜਾ ਨੀਂਹ ਪੱਥਰ ਆ ਕਾਫੀ ਵਧੀਆ ਮੈਸੇਜ ਦੇਣ ਲਈ ਇੱਕ ਸੂਫੀ ਸੰਤ ਸੀਗੇ ਮੀਆਂ ਮੀਰ ਮੁਸਲਮਾਨ, 1599 ਦੇ ਵਿੱਚ ਉਹਨਾਂ ਨੇ ਇਹਦੀ ਫਾਊਂਡੇਸ਼ਨ ਸਟੋਨ ਰੱਖੀ ਸੀ। ਫਿਰ ਇਹਨਾਂ ਨੇ ਇੱਕ ਹੋਰ ਇੰਪੋਰਟੈਂਟ ਕੰਮ ਕਰਾਇਆ, ਆਦਿ ਗ੍ਰੰਥ ਜਾਂ ਪੋਥੀ ਸਾਹਿਬ ਦਾ। ਤਾਂ ਕੀ ਕੀਤਾ ਸੀ ਇਹਨਾਂ ਨੇ, ਕੰਪਾਈਲ ਕੀਤੀ ਸੀ ਬਾਣੀ ਇਹਨਾਂ ਨੇ ਪਹਿਲੇ ਚਾਰ ਗੁਰੂਆਂ ਦੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀ, ਤੇ ਆਪਣੀ ਬਾਣੀ। ਫਿਰ ਕੁਝ ਭਗਤ ਸੀਗੇ ਜਿਵੇਂ ਸ਼ੇਖ ਫਰੀਦ, ਕਬੀਰ ਜੀ, ਰਵਿਦਾਸ ਜੀ, ਉਹਨਾਂ ਨੂੰ ਕੰਪਾਈਲ ਕਰਕੇ ਆਦਿ ਗ੍ਰੰਥ ਬਣਾਇਆ ਸੀਗਾ, ਜਿਹਦਾ ਪਾਠ ਹੁੰਦਾ ਸੀ। ਇਸ ਲਈ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਵੀ ਬਣੇ, ਤਾਂ ਪਹਿਲੇ ਗ੍ਰੰਥੀ ਜਿਹੜੇ ਹੈਗੇ ਨੇ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਟਾਈਮ ਪੀਰੀਅਡ 'ਚ ਆਏ। ਭਾਈ ਗੁਰਦਾਸ ਜੀ ਨੇ ਇਹਨਾਂ ਦੀ ਮਦਦ ਕੀਤੀ ਸੀ, ਉਹ ਸਕ੍ਰਾਈਬ ਸੀਗੇ। ਆਦਿ ਗ੍ਰੰਥ ਦਾ ਕੰਮ ਉਹਨਾਂ ਨੇ 1604 ਵਿੱਚ ਕੰਪਲੀਟ ਕੀਤਾ। ਤਾਂ ਭਾਈ ਗੁਰਦਾਸ ਜੀ ਵੀ ਕਾਫੀ ਫੇਮਸ ਪਰਸਨੈਲਿਟੀ ਸੀਗੇ ਗੁਰੂ ਅਰਜਨ ਦੇਵ ਜੀ ਦੇ ਟਾਈਮ। ਫਿਰ ਇਹਨਾਂ ਦੀ ਇੱਕ ਕਾਫੀ ਫੇਮਸ ਬਾਣੀ ਹੈਗੀ ਆ ਸੁਖਮਨੀ ਸਾਹਿਬ, ਪਸਾਲਮ ਆਫ ਪੀਸ ਵੀ ਕਿਹਾ ਜਾਂਦਾ ਇਸ ਨੂੰ। ਇਹਦਾ ਕਈ ਲੋਕ ਪਾਠ ਵੀ ਕਰਦੇ ਨੇ, ਤੇ ਗੁਰੂ ਅਰਜਨ ਦੇਵ ਜੀ ਦੀ ਇਹ ਰਚਨਾ ਸੀਗੀ। ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਵੀ ਵਸਾਏ, ਤਰਨਤਾਰਨ 1590 ਦੇ ਵਿੱਚ, ਤੇ ਕਰਤਾਰਪੁਰ ਜਲੰਧਰ ਦੇ ਵਿੱਚ, ਜੋ ਜਲੰਧਰ ਜ਼ਿਲ੍ਹੇ 'ਚ ਹੈਗਾ ਕਰਤਾਰਪੁਰ, ਉਹ ਸ਼ਹਿਰ ਵੀ ਇਹਨਾਂ ਨੇ ਵਸਾਇਆ ਸੀ 1594 ਦੇ ਵਿੱਚ। ਤਾਂ ਦੋ ਸ਼ਹਿਰ ਵਸਾਏ ਸੀ। ਇਸ ਤੋਂ ਇਲਾਵਾ ਇੱਕ ਪਿੰਡ ਸੀਗਾ ਬਿਆਸ ਨਦੀ ਦੇ ਕਿਨਾਰੇ, 1595 ਚ ਉਹਨੂੰ ਰੀਬਿਲਟ ਕੀਤਾ ਤੇ ਉਹਨੂੰ ਨਾਮ ਦਿੱਤਾ ਸ਼੍ਰੀ ਹਰਗੋਬਿੰਦਪੁਰ, ਤੇ ਉਹਨਾਂ ਦੇ ਪੁੱਤਰ ਦਾ ਨਾਮ ਸੀਗਾ ਹਰਗੋਬਿੰਦ, ਤਾਂ ਉੱਥੋਂ ਉਹਨਾਂ ਨੇ ਇਹ ਨਾਮ ਲਿਆ ਸ਼੍ਰੀ ਹਰਗੋਬਿੰਦਪੁਰ। ਫਿਰ ਉਹਨਾਂ ਨੇ ਇੱਕ ਸਰੋਵਰ ਹੋਰ ਕੰਸਟਰਕਟ ਕਰਵਾਇਆ ਸੀ ਕਰਤਾਰਪੁਰ ਵਿੱਚ, ਜਿਹਨੂੰ ਗੰਗਸਰ ਕਿਹਾ ਜਾਂਦਾ ਹੈਗਾ। ਗੁਰੂ ਜੀ ਦਾ ਕਹਿਣਾ ਸੀ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰ ਰਿਹਾ ਹੈਗਾ ਉਹ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੈਗਾ। ਤਾਂ ਸਿੱਖ ਸੰਗਤ ਸੀਗੀ ਜਿਹੜੀ, ਉਹਨੂੰ ਗੰਗਾ ਜਾ ਕੇ ਇਸ਼ਨਾਨ ਕਰਨ ਦੀ ਕੋਈ ਲੋੜ ਨਹੀਂ ਸੀ, ਉਹ ਕਰਤਾਰਪੁਰ ਆ ਸਕਦੇ ਸੀ। ਇਹਦੇ ਪਿੱਛੇ ਗੁਰੂਆਂ ਦੀ ਮਨਸ਼ਾ ਇਹ ਸੀਗੀ ਵੀ ਸਿੱਖ ਸਮੁਦਾਇ ਦੇ ਲੋਕਾਂ ਨੂੰ ਰੋਕਿਆ ਜਾ ਸਕੇ, ਉਹ ਪੁਰਾਣੀ ਬਲੀਫਸ ਤੋਂ ਨਿਕਲ ਸਕਣ ਤੇ ਸਿੱਖ ਧਰਮ ਵੱਲ ਆ ਸਕਣ। ਇੱਥੋਂ ਹੀ ਇਹ ਉਹ ਟਾਈਮ ਪੀਰੀਅਡ ਸਟਾਰਟ ਹੁੰਦਾ ਹੈਗਾ ਜਿੱਥੇ ਹੌਲੀ ਹੌਲੀ ਸਿੱਖ ਧਰਮ ਸ਼ੇਪ ਲੈ ਰਿਹਾ ਸੀ ਤੇ ਹਿੰਦੂ ਧਰਮ ਤੋਂ ਸੈਪਰੇਟ ਹੋ ਰਿਹਾ ਸੀ। ਫਿਰ ਇਹਨਾਂ ਨੇ ਇੱਕ ਹੋਰ ਇੰਪੋਰਟੈਂਟ ਕਨਸੈਪਟ ਦਿੱਤਾ, ਦਸਵੰਧ ਦਾ। ਦਸਵੰਧ ਦਾ ਮਤਲਬ ਸੀਗਾ ਵੀ ਕੋਈ ਵੀ ਜਿਹੜਾ ਸਿੱਖ ਹੈਗਾ ਉਹ ਆਪਣੀ ਕਮਾਈ ਦਾ 1/10 ਹਿੱਸਾ ਗੁਰੂ ਨੂੰ ਆਫਰ ਕਰੇ, ਮਸੰਦ ਦੇ ਥਰੂ ਗੁਰੂ ਤੱਕ ਪਹੁੰਚਾਵੇ, ਤਾਂ ਕਿ ਜਿਹੜੀਆਂ ਨੀਡਸ ਨੇ ਗੁਰੂ ਦੇ ਕੋਰਸ ਦੀਆਂ ਉਹ ਫੁੱਲਫਿਲ ਹੋ ਸਕਣ ਤੇ ਲੋਕਾਂ ਤੇ ਉਹ ਪੈਸਾ ਖਰਚਿਆ ਜਾ ਸਕੇ। ਕਿਉਂਕਿ ਪੈਸਾ ਵੀ ਕਾਫੀ ਚਾਹੀਦਾ ਸੀ, ਇਹਨਾਂ ਨੇ ਸ਼ਹਿਰ ਇੰਨੇ ਬਿਲਡ ਕੀਤੇ, ਸਰੋਵਰ ਬਣਾਏ। ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਇੱਕ ਕਨਸੈਪਟ ਦਿੱਤਾ ਸੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤਾਂ ਦਸਵੰਧ ਦਾ ਕਨਸੈਪਟ ਇੱਕ ਤਰੀਕੇ ਨਾਲ ਇੰਪਲੀਸਿਟ ਸੀਗਾ, ਇਹਨਾਂ ਨੇ ਐਕਸਪਲਿਸਿਟ ਕੀਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਵੀ ਇਹੀ ਕਿਹਾ ਗਿਆ ਵੀ ਵੰਡ ਕੇ ਛਕੋ, ਪਰ ਇਹਨਾਂ ਨੇ ਇੱਕ ਸਪੈਸੀਫਿਕ ਨੰਬਰ ਦਿੱਤਾ, 1/10 ਆਫਰਿੰਗ ਹੋਣੀ ਚਾਹੀਦੀ ਆ। ਤੇ ਦਸਵੰਧ ਨੂੰ ਲੰਗਰ ਤੇ ਲਾਇਆ ਜਾ ਰਿਹਾ ਸੀਗਾ, ਤਾਂ ਗਰੀਬ ਲੋਕ ਕਾਫੀ ਉੱਥੇ ਖਾਣਾ ਖਾਂਦੇ ਸੀਗੇ। ਤਾਂ ਦਸਵੰਧ ਦਾ ਜਿਹੜਾ ਕਨਸੈਪਟ ਹੈ ਇਹਨੂੰ ਗੁਰੂ ਨਾਨਕ ਦੇਵ ਜੀ ਨਾਲ ਜੋੜ ਕੇ ਵੀ ਕਈ ਸਕਾਲਰਸ ਦੇਖਦੇ ਨੇ। ਫਿਰ ਇਹਨਾਂ ਦੇ ਟਾਈਮ ਪੀਰੀਅਡ 'ਚ ਇੱਕ ਟਰਮ ਫੇਮਸ ਹੋਈ ਹੈ, ਸੱਚੇ ਪਾਤਸ਼ਾਹ, ਟਰੂ ਐਂਪਰਰ, ਜਿਹਨੂੰ ਅੰਗਰੇਜ਼ੀ 'ਚ ਆਪਾਂ ਟਰੂ ਐਂਪਰਰ ਕਹਾਂਗੇ। ਇਹਦਾ ਮਤਲਬ ਇਹ ਸੀ ਜਿਹੜੇ ਮੁਗਲ ਐਂਪਰਰ ਸੀ ਜਿਵੇਂ ਅਕਬਰ ਜਾਂ ਜਹਾਂਗੀਰ ਜਾਂ ਸ਼ਾਹਜਹਾਂ, ਉਹ ਹੈਗਾ ਸੀ ਐਂਪਰਰ, ਮੁਗਲ ਐਂਪਰਰ, ਪਰ ਉਹ ਟਰੂ ਐਂਪਰਰ ਨਹੀਂ ਹੈਗਾ। ਸੱਚਾ ਪਾਤਸ਼ਾਹ ਉਹੀ ਆ ਜਿਹੜਾ ਤੁਹਾਨੂੰ ਸੈਲਵੇਸ਼ਨ ਤੱਕ ਲਿਜਾ ਸਕਦਾ, ਤੁਹਾਡੀ ਮੁਕਤੀ ਕਰਾ ਸਕਦਾ ਹੈਗਾ। ਤਾਂ ਸੱਚਾ ਪਾਤਸ਼ਾਹ ਗੁਰੂ ਲਈ ਸ਼ਬਦ ਯੂਜ਼ ਹੋਣ ਲੱਗ ਗਿਆ, ਸੱਚਾ ਪਾਤਸ਼ਾਹ ਰੱਬ ਲਈ ਵੀ ਸਿੱਖ ਧਰਮ 'ਚ ਸ਼ਬਦ ਵਰਤਿਆ ਜਾਂਦਾ ਹੈਗਾ। ਇਹਨਾਂ ਦਾ ਕੋਰਟ ਕਾਫੀ ਸਪਲੈਂਡਡ ਸੀਗਾ, ਬਹੁਤ ਸਾਰੇ ਇਹਨਾਂ ਦੇ ਪਰਸਨਲ ਅਟੈਂਡੈਂਟ ਸੀਗੇ ਕੋਰਟ ਦੇ ਵਿੱਚ। ਤਾਂ ਕਈ ਵਾਰ ਇਹ ਸਕਾਲਰਸ ਕਈ ਇਲਜ਼ਾਮ ਲਾ ਦਿੰਦੇ ਨੇ ਵੀ ਉਹਨਾਂ ਦੇ ਟਾਈਮ ਜਿਹੜਾ ਸਿੱਖ ਧਰਮ ਦੀ ਪ੍ਰੋਪੋਗੇਸ਼ਨ ਆ ਉਹ ਥੋੜੀ ਸਲੋ ਹੋ ਗਈ ਸੀ, ਤੇ ਪਰਸਨਲ ਅਟੈਂਡੈਂਸ ਕਰਕੇ ਜ਼ਿਆਦਾ ਲੈਵਿਸ਼ ਲਿਵਿੰਗ ਹੋ ਗਈ ਸੀ ਗੁਰੂਆਂ ਦੀ। ਪਰ ਇਹ ਗੱਲ ਸੱਚ ਨਹੀਂ ਹੈ, ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਲਈ ਕਾਫੀ ਕੰਮ ਕੀਤੇ। ਉਸ ਤੋਂ ਬਾਅਦ ਅੱਗੇ ਵੱਧਦੇ ਹੈਗੇ ਆ, ਉਹਨਾਂ ਦਾ ਹੀ ਟਾਈਮ ਪੀਰੀਅਡ ਸੀ ਜਦੋਂ ਖੁਸਰੋ ਨੇ ਰਿਬੈਲ ਕੀਤਾ ਸੀ। ਅਸਲ 'ਚ ਜਹਾਂਗੀਰ ਦਾ ਇੱਕ ਪੁੱਤਰ ਸੀਗਾ ਖੁਸਰੋ, ਉਹਨੇ ਬਗਾਵਤ ਕਰਤੀ ਸੀ ਆਪਣੇ ਪਿਓ ਖਿਲਾਫ। ਇਹਦੇ ਚੱਕਰ 'ਚ ਹੀ ਜਹਾਂਗੀਰ ਨੇ ਗੁਰੂ ਜੀ ਨੂੰ ਸੰਮਨ ਵੀ ਕੀਤਾ ਸੀਗਾ। ਫਿਰ ਹੋਰ ਗੁਰੂ ਜੀ ਦੇ ਕਈ ਕੰਮ ਨੇ, ਉਹਨਾਂ ਨੇ ਟ੍ਰੇਡ ਤੇ ਇੰਡਸਟਰੀ ਸਿੱਖ ਧਰਮ 'ਚ ਪ੍ਰਮੋਟ ਕੀਤੀ। ਮਤਲਬ ਸਿੱਖਾਂ ਨੂੰ ਕਿਹਾ ਵੀ ਉਹ ਟ੍ਰੇਡ ਤੇ ਇੰਡਸਟਰੀ 'ਚ ਹਿੱਸਾ ਲੈ ਸਕਣ, ਕਿਉਂਕਿ ਪੈਸਾ ਵੀ ਜ਼ਰੂਰੀ ਸੀ। ਜੇ ਸੰਗਤ ਕੋਲ ਪੈਸਾ ਹੈਗਾ ਤਾਂ ਹੀ ਉਹ ਕੰਟਰੀਬਿਊਟ ਕਰ ਸਕਦੇ ਨੇ, ਤਾਂ ਹੀ ਉਹ ਰੀਡਿਸਟ੍ਰੀਬਿਊਟ ਕਰ ਸਕਦੇ ਨੇ। ਜਿਹੜਾ
ਆਪ ਰੋਟੀ ਮੰਗ ਕੇ ਖਾ ਰਿਹਾ ਹੈਗਾ, ਉਹ ਧਰਮ ਵੱਲ ਕਿਵੇਂ ਜਾਊਗਾ? ਹਾਊਸ ਹੋਲਡਰਸ ਦਾ ਇਹ ਧਰਮ ਹੈਗਾ, ਅਸੈਟਿਸਿਜ਼ਮ ਦਾ ਨਹੀਂ ਹੈਗਾ, ਤਾਂ ਉਹਦੇ ਲਈ ਘਰ ਚਲਾਉਣ ਲਈ ਪੈਸਾ ਤਾਂ ਚਾਹੀਦਾ ਸੀ। ਉਹਨਾਂ ਨੇ ਇਹ ਵੀ ਕਿਹਾ ਜਿਹੜਾ ਘੋੜੇ ਦਾ ਵਪਾਰ ਹੈ ਉਸ ਸਮੇਂ ਕਾਫੀ ਲੂਕਰੇਟਿਵ ਟ੍ਰੇਡ ਸੀਗੀ, ਉਹਦੇ ਵਿੱਚ ਸਿੱਖ ਵੱਧ ਚੜ ਕੇ ਹਿੱਸਾ ਲੈਣ। ਉਹਨਾਂ ਦੇ ਟਾਈਮ ਪੀਰੀਅਡ 'ਚ ਮਾਝਾ ਰੀਜਨ ਦੇ ਵਿੱਚ ਕਾਫੀ ਜਿਹੜੇ ਜਾਟ ਸਮੁਦਾਇ ਦੇ ਲੋਕ ਸੀ, ਉਹਨਾਂ ਨੇ ਸਿੱਖ ਧਰਮ ਅਪਣਾਇਆ, ਤਾਂ ਇਹ ਵੀ ਉਹਨਾਂ ਦੀ ਦੇਣ ਹੈਗੀ ਆ। ਆਪਾਂ ਜੇ ਸਮ ਅਪ ਕਰੀਏ ਗੁਰੂ ਅਰਜਨ ਦੇਵ ਜੀ ਦੇ ਟਾਈਮ ਪੀਰੀਅਡ 'ਚ, ਤਾਂ ਉਹਨਾਂ ਨੇ ਇੱਕ ਰਿਲੀਜੀਅਸ ਬੁੱਕ ਦਿੱਤੀ, ਆਦਿ ਗ੍ਰੰਥ। ਮਸੰਦ ਸਿਸਟਮ ਕਾਫੀ ਵੈਲ ਆਰਗੇਨਾਈਜ਼ ਸੀਗਾ। ਐਨੂਅਲ ਜਿਹੜੇ ਫੇਅਰ ਹੁੰਦੇ ਸੀ, ਜਿਵੇਂ ਵਿਸਾਖੀ, ਕੋਈ ਵੀ ਕਲੈਕਸ਼ਨਸ ਹੁੰਦੀ ਸੀ ਮਸੰਦ ਦੀ, ਉਹ ਸੈਂਟਰਲ ਟ੍ਰੈਜਰੀ ਜਿਹੜੀ ਹੁੰਦੀ ਸੀ ਅੰਮ੍ਰਿਤਸਰ, ਉੱਥੇ ਤੱਕ ਪਹੁੰਚਦੀ ਸੀਗੀ। ਉੱਥੇ ਤੱਕ ਸੰਗਤਾਂ ਦੇ ਜਿਹੜੀ ਆਫਰਿੰਗ ਸੀਗੀਆਂ ਪਹੁੰਚਦੀਆਂ ਸੀ, ਤੇ ਪ੍ਰੋਪਰ ਅਕਾਊਂਟ ਮੇਨਟੇਨ ਕੀਤਾ ਜਾਂਦਾ ਸੀ। ਈਵਨ ਕਿ ਮਸੰਦ ਨੂੰ ਰਿਸਿਪਟ ਇਸ਼ੂ ਕੀਤੀ ਜਾਂਦੀ ਸੀ ਵੀ ਇੰਨਾ ਪੈਸਾ ਉਹ ਇਕੱਠਾ ਕਰਕੇ ਲੈ ਕੇ ਆਏ ਨੇ, ਇੰਨੀ ਉਹਨਾਂ ਦੀ ਆਫਰਿੰਗ ਹੈ। ਫਿਰ ਮਸੰਦ ਜਿਹੜੇ ਹੈਗੇ ਸੀ, ਕਈ ਵਾਰ ਉਹਨਾਂ ਦਾ ਰੀਜਨ ਜਿਵੇਂ ਕਾਫੀ ਬੜਾ ਹੈਗਾ, ਤਾਂ ਆਪਣੇ ਹੇਠ ਕੁਝ ਬੰਦੇ ਰੱਖਦੇ ਸੀ, ਉਹਨਾਂ ਨੂੰ ਕਈ ਵਾਰ ਸੰਗਤੀਆਸ ਕਹਿੰਦੇ ਸੀ, ਮਸੰਦੀਆਸ ਜਾਂ ਮਿਓਰਾਸ। ਉਹ ਉਪ ਮਸੰਦ ਲਾ ਲਓ, ਇੱਕ ਤਰੀਕੇ ਨਾਲ ਡਿਪਟੀ ਮਸੰਦ ਰੱਖੇ ਜਾਂਦੇ ਸੀ, ਤਾਂ ਕਾਫੀ ਵੈਲ ਆਰਗੇਨਾਈਜ਼ ਸਿਸਟਮ ਸੀਗਾ। ਤੇ ਇਹ ਕਿਹਾ ਜਾਂਦਾ ਹੈਗਾ ਸਿੱਖੀਜ਼ਮ ਬਿਗੇਨ ਟੂ ਅਸਿਊਮ ਮੋਰ ਡੈਫੀਨੇਟ ਪ੍ਰਪੋਰਸ਼ਨ ਐਜ਼ ਅ ਨਿਊ ਕਮਿਊਨਿਟੀ, ਇੱਕ ਅੱਡ ਸਮੁਦਾਇ ਬਣਦਾ ਜਾ ਰਿਹਾ ਸੀ ਸਿੱਖੀਜ਼ਮ। ਉਹਨਾਂ ਦੇ ਟਾਈਮ ਪੀਰੀਅਡ 'ਚ ਪ੍ਰਿਥੀ ਚੰਦ ਨੇ ਉਹਨਾਂ ਨੂੰ ਅਪੋਜ਼ ਕੀਤਾ। ਜੋ ਉਹਨਾਂ ਦਾ ਵੱਡਾ ਭਰਾ ਸੀ ਉਸਨੂੰ ਗੁਰਗੱਦੀ ਨਹੀਂ ਮਿਲੀ, ਤਾਂ ਪ੍ਰਿਥੀ ਚੰਦ ਨੇ ਅਪੋਜ਼ ਕੀਤਾ। ਉਹਨਾਂ ਦੇ ਸੈਕਟ ਨੂੰ ਮੀਨਾਸ ਕਹਿੰਦੇ ਆ। ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸੀ ਸ਼੍ਰੀ ਚੰਦ, ਉਹਨਾਂ ਦੇ ਸੈਕਟ ਨੂੰ ਉਦਾਸੀ ਕਹਿੰਦੇ ਆ। ਤਾਂ ਉਦਾਸੀ ਤੇ ਮੀਨਾਸ ਦੋ ਸੈਕਟ ਹੋ ਗਏ ਸੀਗੇ। ਇਹ ਰਿਲੇਟਡ ਸੀਗੇ ਸਿੱਖ ਗੁਰੂਆਂ ਨਾਲ, ਪਰ ਇਹ ਸਿੱਖ ਧਰਮ ਦਾ ਹਿੱਸਾ ਨਹੀਂ ਸੀਗੇ। ਪ੍ਰਿਥੀ ਚੰਦ ਨੇ ਕੀ ਕੀਤਾ, ਮੁਗਲ ਅਫੀਸ਼ੀਅਲਸ ਨਾਲ ਰਲ ਕੇ, ਜਿਵੇਂ ਸੁੱਲੀ ਖਾਨ ਮੁਗਲ ਅਫੀਸ਼ੀਅਲ ਸੀ, ਪਲੰਡਰ ਤੇ ਲੂਟ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਆਫਰਿੰਗਸ ਸੰਗਤ ਲਿਆਉਂਦੀ ਸੀ ਉਹਦੀ ਲੁੱਟ ਖਸੁੱਟ ਕਰਨੀ ਸ਼ੁਰੂ ਕਰਤੀ, ਤਾਂ ਕਾਫੀ ਤੰਗ ਕੀਤਾ। ਫਿਰ ਇੱਕ ਚੰਦੂ ਸ਼ਾਹ ਇੰਪੋਰਟੈਂਟ ਐਡਮਿਨਿਸਟ੍ਰੇਟਰ ਸੀਗਾ ਪੰਜਾਬ ਦੇ ਵਿੱਚ, ਇਹਨੇ ਆਪਣੀ ਕੁੜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਜੀ ਲਈ ਭੇਜਿਆ ਸੀ, ਜੋ ਗੁਰੂ ਅਰਜਨ ਦੇਵ ਜੀ ਨੇ ਨਕਾਰਤਾ ਸੀ। ਇਸ ਲਈ ਚੰਦੂ ਸ਼ਾਹ ਨੂੰ ਕਾਫੀ ਗੁੱਸਾ ਸੀਗਾ ਗੁਰੂ ਜੀ ਤੋਂ। ਇੱਕ ਤਾਂ ਜਹਾਂਗੀਰ ਇਨਟੋਲਰੈਂਟ ਸੀਗਾ ਐਂਪਰਰ, ਅਕਬਰ ਵਾਂਗ ਨਹੀਂ ਸੀਗਾ, ਉੱਪਰੋਂ ਚੰਦੂ ਸ਼ਾਹ ਦਾ ਗੁੱਸਾ ਸੀ। ਇਹਨਾਂ ਕਰਕੇ ਚੰਦੂ ਸ਼ਾਹ ਨੇ ਜਹਾਂਗੀਰ ਨੂੰ ਚੱਕਿਆ, ਤੇ ਜਹਾਂਗੀਰ ਆਪ ਵੀ ਗੁਰੂ ਤੋਂ ਖਿੱਚਦਾ ਸੀਗਾ। ਉਹਨੇ ਲਿਖਿਆ ਵੀ ਹੈ ਕਿ ਬਹੁਤ ਸਾਰੇ ਮੁਸਲਮਾਨ ਤੇ ਹਿੰਦੂ ਗੁਰੂ ਕੋਲ ਜਾਂਦੇ ਨੇ, ਜਿਹੜੀ ਕਿ ਚੰਗੀ ਚੀਜ਼ ਨਹੀਂ ਹੈਗੀ। ਤਾਂ ਇਸ ਲਈ ਉਹਨਾਂ ਤੇ ਫਾਈਨ ਲੱਗ ਗਿਆ। ਇਹ ਸਾਰੇ ਸਰਕਮਸਟੈਂਸਸ ਕਰਕੇ ਇੱਕ ਫਾਈਨ ਇੰਪੋਜ਼ ਕੀਤਾ ਗਿਆ ਕਿ ਵੀ 2 ਲੱਖ ਫਾਈਨ ਤੁਸੀਂ ਦਿਓ। ਤੇ ਸੈਕੰਡਲੀ ਇਹ ਕਿਹਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਚੋਂ ਕੁਝ ਜਿਹੜੇ ਉਸ ਸਮੇਂ ਆਦਿ ਗ੍ਰੰਥ ਕਿਹਾ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਚੋਂ, ਤਾਂ ਕੁਝ ਪੈਸੇजेस ਡਿਲੀਟ ਕੀਤੇ ਜਾਣ ਜਿਹੜੇ ਹਿੰਦੂ ਤੇ ਮੁਸਲਿਮ ਬਲੀਫਸ ਦੇ ਅਗੇਂਸਟ ਨੇ। ਤਾਂ ਹਿੰਦੂ ਤੇ ਮੁਸਲਿਮ ਬਲੀਫਸ ਦੇ ਅਗੇਂਸਟ ਜੇ ਕੋਈ ਪੈਸੇਜ ਹੈਗਾ ਉਹਨੂੰ ਪਲੀਜ਼ ਡਿਲੀਟ ਕਰ ਦਿੱਤਾ ਜਾਵੇ, ਇਹ ਰਿਕੁਐਸਟ ਕੀਤੀ ਗਈ। ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਇਹ ਨਾਇਨਸਾਫੀ ਹੈ, ਤੇ ਜਿਹੜਾ ਪੈਸਾ ਵੀ ਆ ਫਾਈਨ ਉਹ ਠੀਕ ਨਹੀਂ ਹੈਗਾ ਦੇਣਾ, ਕਿਉਂਕਿ ਉਹ ਸੰਗਤ ਦੀ ਦੇਣ ਹੈਗੀ ਆਫਰਿੰਗ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਇਹ ਜਿਹੜੀ ਸ਼ਹੀਦੀ ਸੀ ਸਿੱਖ ਧਰਮ 'ਚ ਪਹਿਲੀ ਸ਼ਹੀਦੀ ਸੀ, ਤੇ ਇੱਕ ਸਿੱਖ ਸਮੁਦਾਇ ਨੂੰ ਇੱਕ ਮੈਸੇਜ ਮਿਲਿਆ, ਇੱਕ ਲੈਸਨ ਮਿਲਿਆ ਵੀ ਬਿਨਾਂ ਪੋਲੀਟੀਕਲ ਫ੍ਰੀडम ਦੇ ਸਪਿਰਿਚੁਅਲਿਟੀ ਜਿਹੜੀ ਹੈਗੀ ਆ ਉਹ ਤੁਸੀਂ ਨਹੀਂ ਆਪ ਕੰਟਰੀਬਿਊਟ ਕਰ ਸਕਦੇ ਪੂਰੇ ਤਰੀਕੇ ਨਾਲ। ਸਪਿਰਿਚੁਅਲ ਸੈਲਵੇਸ਼ਨ ਨਹੀਂ ਹੋ ਸਕਦੀ। ਮਤਲਬ ਜੇ ਤੁਸੀਂ ਧਰਮ ਬਚਾਉਣਾ ਤਾਂ ਸਿਆਸੀ ਜਿਹੜਾ ਫ੍ਰੀडम ਆ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਉੱਥੋਂ ਹੀ ਇਹ ਕਨਸੈਪਟ ਸਿੱਖ ਧਰਮ 'ਚ ਆਇਆ, ਤੇ ਸਿੱਖ ਧਰਮ ਜ਼ਿਆਦਾ ਮਿਲੀਟੈਂਟ ਹੋ ਗਿਆ ਇਸ ਤੋਂ ਬਾਅਦ, ਕਿਉਂਕਿ ਗੁਰੂ ਅਰਜਨ ਦੇਵ ਜੀ ਸ਼ਹਾਦਤ ਜਿਹੜੀ ਹੋਈ ਸੀਗੀ, ਉਹਨਾਂ ਦੀ ਸ਼ਹਾਦਤ ਨੇ ਕਾਫੀ ਸ਼ੌਕ ਦਿੱਤਾ ਸਿੱਖ ਸਮੁਦਾਇ ਦੇ ਲੋਕਾਂ ਨੂੰ। ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਜੀ ਗੁਰਗੱਦੀ ਤੇ ਆਉਂਦੇ ਨੇ। 1606 ਤੋਂ ਲੈ ਕੇ 1644 ਤੱਕ ਇਹ ਗੁਰੂ ਸਨ। ਉਹਨਾਂ ਦੇ ਟਾਈਮ ਪੀਰੀਅਡ 'ਚ ਜਹਾਂਗੀਰ ਮੁਗਲ ਐਂਪਰਰ ਸੀ, ਤੇ ਸ਼ਾਹਜਹਾਨ 1628 ਤੋਂ 58 ਤੱਕ, ਤਾਂ ਲੇਟਰ ਪੀਰੀਅਡ 'ਚ ਸ਼ਾਹਜਹਾਨ ਸੀਗਾ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸੀਗੇ, ਤੇ ਇਹਨਾਂ ਨੇ ਜਦੋਂ ਗੁਰਗੱਦੀ ਲਈ ਤਾਂ ਮੀਰੀ ਤੇ ਪੀਰੀ ਦੋ ਤਲਵਾਰਾਂ ਪਾਈਆਂ। ਤਾਂ ਮੰਨਿਆ ਜਾਂਦਾ ਹੈ ਵੀ ਦੋ ਤਲਵਾਰਾਂ ਦਾ ਮਤਲਬ ਕੀ ਹੈ। ਮੀਰੀ ਮਟੀਰੀਅਲਿਸਟ ਚੀਜ਼ਾਂ ਰਿਪਰੈਜ਼ੈਂਟ ਕਰਦੀ ਸੀ, ਪੋਲੀਟੀਕਲ ਫ੍ਰੀडम ਜਾਂ ਪੋਲੀਟੀਕਲ ਅਥਾਰਟੀ। ਪੀਰੀ ਰਿਪਰੈਜ਼ੈਂਟ ਕਰਦੀ ਸੀਗੀ ਸਪਿਰਿਚੁਅਲ ਅਥਾਰਟੀ। ਤਾਂ ਧਰਮ ਦੇ ਨਾਲ ਨਾਲ ਪੋਲੀਟੀਕਲ ਅਥਾਰਟੀ ਵੀ ਚਾਹੀਦੀ ਆ। ਇਹ ਮੈਸੇਜ ਸਿੱਖ ਸਮੁਦਾਇ ਤੱਕ ਪਹੁੰਚਿਆ।
ਗੁਰੂ ਅਰਜਨ ਦੇਵ ਜੀ ਦੀ ਆਪਾਂ ਗੱਲ ਕੀਤੀ ਹੈ ਸ਼ਹਾਦਤ ਦੀ, ਜਿੱਥੋਂ ਸਿੱਖ ਸਮੁਦਾਇ ਨੂੰ ਇਹ ਲੈਸਨ ਮਿਲਿਆ ਸੀ ਵੀ ਪੋਲੀਟੀਕਲ ਫ੍ਰੀडम ਵੀ ਚਾਹੀਦਾ। ਤਾਂ ਉਹਨਾਂ ਨੇ ਦੋ ਤਲਵਾਰਾਂ ਪਾਈਆਂ, ਮੀਰੀ ਤੇ ਪੀਰੀ ਦੀਆਂ। ਤੇ ਜਿਹੜੇ ਮਸੰਦ ਸੀਗੇ ਉਹਨਾਂ ਨੂੰ ਵੀ ਡਾਇਰੈਕਟ ਕੀਤਾ ਵੀ ਘੋੜੇ ਤੇ ਹਥਿਆਰ ਲੈ ਕੇ ਆਓ, ਕਿਉਂਕਿ ਗੁਰੂ ਹਰਗੋਬਿੰਦ ਜੀ ਨੂੰ ਲੱਗਿਆ ਵੀ ਹੁਣ ਹਥਿਆਰਾਂ ਦੀ ਲੋੜ ਹੈਗੀ ਆ, ਸਮਾਂ ਮਾੜਾ ਚੱਲ ਰਿਹਾ ਹੈਗਾ, ਸਮਾਂ ਮਾੜਾ ਆਊਗਾ। ਉਹ 52 ਬੋਡੀਗਾਰਡਸ ਵੀ ਰੱਖਦੇ ਸੀ ਸਿੱਖਾਂ ਦੇ ਆਪਣੇ ਨਾਲ, ਤਾਂ 52 ਬੋਡੀਗਾਰਡ ਸੀਗੇ ਗੁਰੂ ਹਰਗੋਬਿੰਦ ਜੀ ਦੇ। 1609 ਚ ਉਹਨਾਂ ਨੇ ਇੱਕ ਇੰਪੋਰਟੈਂਟ ਕੰਮ ਕੀਤਾ, ਅਕਾਲ ਤਖਤ ਦੀ ਸਥਾਪਨਾ ਕੀਤੀ, ਜਿੱਥੇ ਕਮਿਊਨਿਟੀ ਦੇ ਸੈਕੂਲਰ ਅਫੇਅਰਸ ਨੇ, ਮਤਲਬ ਜਿਹੜੇ ਗੈਰ ਧਾਰਮਿਕ ਅਫੇਅਰਸ ਨੇ, ਕੋਈ ਮਸਲੇ ਹੈਗੇ ਨੇ ਸਿੱਖ ਸਮੁਦਾਇ ਦੇ, ਉਹ ਸੋਲਵ ਕੀਤੇ ਜਾਂਦੇ ਸੀਗੇ। ਫਿਰ ਉਹਨਾਂ ਨੇ ਅੰਮ੍ਰਿਤਸਰ ਚ ਇੱਕ ਕਿਲਾ ਵੀ ਬਣਾਇਆ, ਫੋਰਟ ਲੋਹਗੜ੍ਹ, ਲੋਹਗੜ੍ਹ ਦਾ ਕਿਲਾ ਉਹਨਾਂ ਨੇ ਬਣਵਾਇਆ ਸੀ। ਫਿਰ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਨੇ ਇੰਪ੍ਰੀਜ਼ਨ ਕਰਤਾ ਸੀ, 1610 ਦੇ ਆਸ-ਪਾਸ ਦੀ ਇਹ ਗੱਲ ਹੈਗੀ ਆ। ਗਵਾਲੀਅਰ ਦੇ ਕਿਲੇ 'ਚ ਉਹਨਾਂ ਨੂੰ ਕੈਦ ਕੀਤਾ ਸੀ, ਤੇ ਜਦੋਂ ਉਹ ਫ੍ਰੀ ਹੋਏ 52 ਜਣੇ ਉਹਨਾਂ ਨਾਲ ਹੋਰ ਫ੍ਰੀ ਹੋਏ ਸੀ। ਉਸ ਸਮੇਂ ਨੂੰ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਸੀਗਾ। ਦੀਵਾਲੀ ਵਾਲੇ ਦਿਨ ਉਹ ਅੰਮ੍ਰਿਤਸਰ ਪਹੁੰਚਦੇ ਨੇ, ਤਾਂ ਉਹ ਜਿਹੜਾ ਦਿਨ ਹੈ, ਇੱਕ ਨਾਮ ਪੈ ਗਿਆ ਬੰਦੀ ਛੋੜ ਦਿਵਸ। ਤਾਂ ਸਿੱਖਾਂ ਨੂੰ ਆਪਣਾ ਇੱਕ ਤਿਉਹਾਰ ਮਿਲਿਆ। ਅੱਜ ਤੱਕ ਸਿੱਖ ਸਮੁਦਾਇ ਦੇ ਲੋਕ ਦੀਵਾਲੀ ਵਾਲੇ ਦਿਨ ਨੂੰ ਐਜ਼ ਬੰਦੀ ਛੋੜ ਦਿਵਸ ਮਨਾਉਂਦੇ ਨੇ। ਕਿਉਂ? ਕਿਉਂਕਿ ਉਸ ਦਿਨ ਬਹੁਤ ਸਾਰੇ ਜਿਹੜੇ ਪ੍ਰਿਜ਼ਨਰਸ ਨੇ ਅਲੋਂਗ ਵਿਦ ਗੁਰੂ ਹਰਗੋਬਿੰਦ ਜੀ, ਉਹਨਾਂ ਨੂੰ ਛੱਡਿਆ ਗਿਆ ਸੀਗਾ ਗਵਾਲੀਅਰ ਦੇ ਕਿਲੇ ਤੋਂ। ਫਿਰ ਉਹਨਾਂ ਨੇ ਜੰਗਾਂ ਵੀ ਲੜੀਆਂ, ਬੈਟਲ ਆਫ ਅੰਮ੍ਰਿਤਸਰ 1634 ਦੇ ਵਿੱਚ ਸ਼ਾਹਜਹਾਨ ਦੇ ਜਿਹੜੇ ਟਰੂਪਸ ਨੇ ਉਹਨਾਂ ਨਾਲ ਜੰਗ ਕੀਤੀ ਸੀਗੀ। ਤੇ ਜੰਗਾਂ ਤੋਂ ਤੰਗ ਆ ਕੇ ਉਹ ਕੀਰਤਪੁਰ ਸ਼ਿਫਟ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈਗਾ ਵੀ ਸਿੱਖ ਧਰਮ ਦੀ ਪ੍ਰੋਪਗੇਸ਼ਨ ਦਾ ਜਿਹੜਾ ਕੰਮ ਆ ਉਹ ਪਿੱਛੇ ਛੁੱਟ ਰਿਹਾ। ਜੰਗਾਂ 'ਚ ਹੀ ਇਨਵੋਲਵ ਹੋ ਰਹੇ ਨੇ ਸਿੱਖ ਸਮੁਦਾਇ ਦੇ ਲੋਕ, ਤਾਂ ਜੇ ਜੰਗਾਂ 'ਚ ਇਨਵੋਲਵ ਰਹਿਣਗੇ ਤਾਂ ਸਿੱਖ ਧਰਮ ਜਿਹੜਾ ਹੈਗਾ ਪ੍ਰੋਪਗੇਸ਼ਨ ਉਹਦੀ ਕਿਵੇਂ ਹੋਏਗੀ। ਤਾਂ ਸੋਲਜਰ ਸੇਂਟ, ਸੰਤ ਸਿਪਾਹੀ ਦਾ ਜਿਹੜਾ ਕਨਸੈਪਟ ਹੈ ਗੁਰੂ ਹਰਗੋਬਿੰਦ ਸਿੰਘ ਜੀ ਨੇ ਦਿੱਤਾ ਸੀਗਾ। ਸੰਤ ਵੀ ਹੋਵੇ ਸਿੱਖ ਤੇ ਸਿਪਾਹੀ ਵੀ, ਕਿਉਂਕਿ ਧਰਮ ਬਚਾਉਣ ਲਈ ਤੁਹਾਨੂੰ ਪੋਲੀਟੀਕਲ ਫ੍ਰੀडम ਚਾਹੀਦਾ, ਉਹਦੇ ਲਈ ਪਾਵਰ ਚਾਹੀਦੀ ਹੈਗੀ ਆ। ਗਵਾਲੀਅਰ ਦੇ ਕਿਲੇ ਤੋਂ ਜਦੋਂ ਰਿਲੀਜ਼ ਹੁੰਦੇ ਨੇ, ਉਸ ਤੋਂ ਬਾਅਦ ਜਹਾਂਗੀਰ ਨਾਲ ਰਿਲੇਸ਼ਨਸ ਚੰਗੇ ਸੀਗੇ। ਇਹ ਮੰਨਿਆ ਜਾਂਦਾ ਹੈ ਵੀ ਜਹਾਂਗੀਰ ਨਾਲ ਉਹ ਹੰਟਿੰਗ ਐਕਸਪੀਡੀਸ਼ਨਸ ਤੇ ਵੀ ਜਾਂਦੇ ਰਹੇ ਨੇ। ਉਹਨਾਂ ਨੇ ਇੱਕ ਸਪੈਸ਼ਲ ਫੋਰਸ ਵੀ ਤਿਆਰ ਕੀਤੀ, ਜਿਹ 'ਚ ਪਠਾਨ ਸੀਗੇ, ਪੈਂਦੇ ਖਾਂ ਉਹਨੂੰ ਲੀਡ ਕਰਦਾ ਸੀਗਾ। ਬਾਅਦ ਵਿੱਚ ਉਹ ਗੁਰੂ ਦੇ ਅਗੇਂਸਟ ਹੋ ਗਿਆ ਸੀ। ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈਗਾ ਵੀ ਮੁਸਲਿਮ ਸਮੁਦਾਇ ਦਾ ਜਿਹੜਾ ਇੱਕ ਬੰਦਾ ਹੈਗਾ, ਉਹ ਵੀ ਉਹਨਾਂ ਦੀ ਫੋਰਸ 'ਚ ਹੈਗਾ ਸੀ। ਤਾਂ ਇਹ ਨਹੀਂ ਸੀ ਉਹਨਾਂ ਨੂੰ ਕੋਈ ਹੇਟਰਡ ਸੀ ਕਿਸੇ ਵਿਸ਼ੇਸ਼ ਧਰਮ ਦੇ ਨਾਲ। ਸ਼ਾਹਜਹਾਨ ਦੇ ਟਾਈਮ ਪੀਰੀਅਡ 'ਚ ਉਹਨਾਂ ਨੂੰ ਜੰਗ ਲੜਨੀ ਪੈਂਦੀ ਹੈ, 3 ਬੈਟਲਸ ਹੁੰਦੀਆਂ ਨੇ। ਪਹਿਲੀ ਬੈਟਲ ਅੰਮ੍ਰਿਤਸਰ ਦੇ ਆਸ-ਪਾਸ ਹੁੰਦੀ ਹੈ, ਬੈਟਲ ਆਫ ਅੰਮ੍ਰਿਤਸਰ ਕਿਹਾ ਜਾਂਦਾ 1634 ਦੇ ਵਿੱਚ, ਜਿਹਦੇ ਵਿੱਚ ਮੁਖਲਿਸ ਖਾਨ ਮੁਗਲ ਫੋਰਸ ਲੀਡ ਕਰ ਰਿਹਾ ਸੀ, ਤੇ ਸਿੱਖ ਸਮੁਦਾਇ ਦੇ ਲੋਕ ਮੁਖਲਿਸ ਖਾਨ ਨੂੰ ਮਾਰ ਦਿੰਦੇ ਨੇ ਤੇ ਮੁਗਲ ਫੋਰਸਿਸ ਨੂੰ ਡਿਫੀਟ ਕਰ ਦਿੰਦੇ ਨੇ। ਅਸਲ 'ਚ ਹੋਇਆ ਕੀ ਸੀ, ਇਹ ਇੰਪੀਰੀਅਲ ਹਾਕ ਮਤਲਬ ਬਾਜ਼ ਸੀਗਾ ਜੋ ਸ਼ਾਹਜਹਾਨ ਦਾ, ਉਹਦੇ ਤੇ ਜੰਗ ਹੋ ਗਈ ਸੀ। ਬਾਜ਼ ਦੀ ਜਿਹੜੀ ਹੈਗੀ ਆ, ਇੱਕ ਛੋਟੀ ਜਿਹੀ ਚੀਜ਼ ਸੀ ਵੀ ਬਾਜ਼ ਉੜ ਜਾਂਦਾ ਹੈਗਾ, ਤੇ ਸਿੱਖ ਸਮੁਦਾਇ ਦੇ ਲੋਕ ਉਹਨੂੰ ਕੈਪਚਰ ਕਰ ਲੈਂਦੇ ਨੇ, ਤੇ ਵਾਪਸ ਲੈਣ ਲਈ ਸ਼ਾਹਜਹਾਨ ਇੱਕ ਫੋਰਸ ਭੇਜ ਦਿੰਦਾ ਹੈਗਾ। ਤਾਂ ਛੋਟੀ ਜਿਹੀ ਗੱਲ ਤੇ ਜੰਗ ਹੋ ਗਈ ਸੀਗੀ, ਇਹ ਮੰਨਿਆ ਜਾਂਦਾ, ਕਈ ਸਕਾਲਰਸ ਨੇ ਲਿਖਿਆ ਹੈਗਾ। ਫਿਰ ਘੋੜੇ ਨੂੰ ਲੈ ਕੇ ਬੈਟਲ ਆਫ ਲਹੀਰਾ ਹੁੰਦੀ ਹੈ, ਜਿਹ 'ਚ ਮੁਗਲ ਫੋਰਸਿਸ ਨੂੰ ਕਮਾਰ ਬੇਗ ਲੀਡ ਕਰ ਰਿਹਾ ਸੀ, ਉਹਦੀ ਵੀ ਮੌਤ ਹੁੰਦੀ ਹੈ। ਫਿਰ ਸਿੱਖ ਸਮੁਦਾਇ ਦੇ ਲੋਕ ਉਹਨੂੰ ਹਰਾ ਦਿੰਦੇ ਨੇ। ਫਿਰ ਇੱਕ ਬਾਜ਼ ਨੂੰ ਲੈ ਕੇ ਬੈਟਲ ਹੁੰਦੀ ਹੈ, ਬੈਟਲ ਆਫ ਕਰਤਾਰਪੁਰ। ਇਸ ਵਿੱਚ ਪੈਂਦੇ ਖਾਨ ਤੇ ਕਾਲੇ ਖਾਂ ਜੋ ਸਿੱਖ ਸਮੁਦਾਇ ਦੇ ਖਿਲਾਫ ਲੜ ਰਹੇ ਸੀ, ਉਹ ਮਾਰੇ ਜਾਂਦੇ ਨੇ। ਫਿਰ ਸਿੱਖ ਸਮੁਦਾਇ ਜਿਹੜਾ ਹੈਗਾ ਜੰਗ ਜਿੱਤ ਜਾਂਦਾ ਹੈਗਾ। ਤਾਂ 3 ਬੈਟਲਸ ਹੋਈਆਂ, ਬੈਟਲ ਆਫ ਅੰਮ੍ਰਿਤਸਰ, ਬੈਟਲ ਆਫ ਲਹੀਰਾ, ਬੈਟਲ ਆਫ ਕਰਤਾਰਪੁਰ, ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ। ਇਸ ਤੋਂ ਬਾਅਦ ਉਹ ਸ਼ਿਫਟ ਹੋ ਜਾਂਦੇ ਨੇ ਕੀਰਤਪੁਰ, ਸ਼ਿਵਾਲਿਕ ਹਿਲਸ ਦੀ ਜੜ 'ਚ, ਰੋਪੜ 'ਚ ਜਗ੍ਹਾ ਹੈਗੀ ਆ ਇਹ, ਤਾਂ ਕਿ ਸਿੱਖ ਜਿਹੜਾ ਧਰਮ ਹੈਗਾ ਉਹਦਾ ਪ੍ਰਚਾਰ ਕੀਤਾ ਜਾ ਸਕੇ। ਇਸ ਤੋਂ ਬਾਅਦ ਜਿਹੜੀ ਗੁਰਗੱਦੀ ਹੈਗੀ ਆ, ਉਹ ਪੁੱਤਰ ਨੂੰ ਨਹੀਂ ਮਿਲਦੀ ਹੈਗੀ ਆ, ਉਲਟਾ ਪੋਤੇ ਨੂੰ ਮਿਲਦੀ ਆ। ਤਾਂ ਇਹ ਗੁਰਗੱਦੀ ਦਾ ਜਿਹੜੀ ਲੀਨੀਏਜ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੇਖੋ, ਗੁਰੂ ਅਮਰਦਾਸ ਜੀ ਤੋਂ ਬਾਅਦ ਜਿਹੜੀ ਗੁਰਗੱਦੀ ਆ ਉਹ ਪਰਿਵਾਰ 'ਚ ਹੀ ਮਿਲ ਰਹੀ ਸੀ। ਫਿਰ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਕੀ ਹੋਇਆ, ਉਹਨਾਂ ਦੇ 3 ਜੀਵਨ ਸਾਥੀ ਸੀਗੇ, ਮਾਤਾ ਮਾਰਵਾਹੀ, ਮਾਤਾ ਨਾਨਕੀ ਤੇ ਮਾਤਾ ਦਮੋਦਰੀ। ਉਹਨਾਂ ਦੇ ਜਿਹੜੇ ਪੁੱਤਰ ਸੀ, ਮਾਤਾ ਦਮੋਦਰੀ ਤੋਂ ਬਾਬਾ ਗੁਰਦਿੱਤਾ ਜੀ ਸੀਗੇ, ਮਾਤਾ ਨਾਨਕੀ ਚੋਂ ਗੁਰੂ ਤੇਗ ਬਹਾਦਰ ਸੀਗੇ। ਇਹ ਦੋਨਾਂ ਨੂੰ ਗੁਰੂ ਜੀ ਨੇ ਨਹੀਂ ਸਮਝਿਆ ਵੀ ਉਹ ਗੁਰਗੱਦੀ ਦੇ ਲਾਇਕ ਨੇ ਉਸ ਸਮੇਂ। ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਰਾਏ ਜੀ ਨੂੰ ਗੁਰਗੱਦੀ ਦੇ ਦਿੱਤੀ।
ਇਸ ਤੋਂ ਬਾਅਦ ਗੁਰੂ ਹਰਿਰਾਏ ਜੀ ਦੇ ਪੁੱਤਰ ਨੂੰ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਦਿੱਤੀ ਜਾਂਦੀ ਹੈਗੀ ਆ। ਤਾਂ ਜਿਹੜੇ ਸਿੱਖਾਂ ਦੇ 7ਵੇਂ ਗੁਰੂ ਸੀ ਗੁਰੂ ਹਰਿਰਾਏ ਸੀਗੇ, 8ਵੇਂ ਗੁਰੂ ਹਰਕ੍ਰਿਸ਼ਨ ਸੀਗੇ। ਉਸ ਤੋਂ ਬਾਅਦ ਦੇਖੋ 9ਵੇਂ ਗੁਰੂ ਹੁੰਦੇ ਨੇ ਗੁਰੂ ਤੇਗ ਬਹਾਦਰ। ਜੇ ਦੇਖਿਆ ਜਾਵੇ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਸੀਗੇ ਬਾਬਾ ਗੁਰਦਿੱਤਾ ਜੀ, ਤੇ ਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਦੇ ਦਾਦਾ ਜੀ ਲੱਗੇ ਰਿਸ਼ਤੇ 'ਚ। ਤਾਂ ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਿਹੜੇ ਹੈਗੇ ਨੇ ਉਹ ਗੁਰਗੱਦੀ ਤੇ ਵਿਰਾਜਮਾਨ ਹੋਏ, 9ਵੇਂ ਗੁਰੂ। ਫਿਰ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ। ਤਾਂ ਇਹ ਚੀਜ਼ ਤੁਹਾਨੂੰ ਸਮਝਣੀ ਚਾਹੀਦੀ ਹੈ ਗੁਰਗੱਦੀ ਦੀ ਜਿਹੜੀ ਲੀਨੀਏਜ ਹੈਗੀ ਆ। ਉਸ ਤੋਂ ਬਾਅਦ ਗੁਰੂ ਹਰਿਰਾਏ ਜੀ ਗੁਰਗੱਦੀ ਤੇ ਆਉਂਦੇ ਨੇ 1644 ਤੋਂ ਲੈ ਕੇ 1661। ਸ਼ਾਹਜਹਾਨ ਉਹਨਾਂ ਦੇ ਅਰਲੀ ਟਾਈਮ ਪੀਰੀਅਡ ਦੇ ਵਿੱਚ ਮੁਗਲ ਐਮਪਰਰ ਸੀ। ਬਾਅਦ ਵਿੱਚ ਔਰੰਗਜ਼ੇਬ ਮੁਗਲ ਐਮਪਰਰ ਬਣਿਆ। ਉਹਨਾਂ ਨੇ ਮਸੰਦ ਤੇ ਜਿਵੇਂ ਮੰਜੀ ਸਿਸਟਮ ਹੁੰਦਾ ਸੀ ਪ੍ਰੀਚਿੰਗ ਲਈ, ਉਹਨਾਂ ਨੇ ਪ੍ਰੀਚਿੰਗ ਮਿਸ਼ਨਸ 3 ਭੇਜੇ, ਬਖਸ਼ੀਸ਼ਿਸ ਕਿਹਾ ਜਾਂਦਾ ਹੈਗਾ। ਤਾਂ ਜਿਵੇਂ ਮਸੰਦ ਦਾ ਕੁਝ ਸਿਸਟਮ ਸੀਗਾ ਜਾਂ ਮੰਜੀ ਸਿਸਟਮ ਸੀਗਾ, ਬਖਸ਼ੀਸ਼ਿਸ ਉਹਨਾਂ ਨੇ ਭੇਜੇ ਤਾਂ ਕਿ ਪ੍ਰੀਚਿੰਗ ਹੋ ਸਕੇ, ਸਿੱਖ ਧਰਮ ਨੂੰ ਪ੍ਰੋਪੋਗੇਟ ਕੀਤਾ ਜਾ ਸਕੇ। ਭਗਵਾਨ ਗਿਰ, ਭਾਈ ਫੇਰੂ ਸੁਥਰੇ ਸ਼ਾਹ, ਇਹ ਲੋਕ ਉਹਨਾਂ ਨੇ ਭੇਜੇ ਡਿਫਰੈਂਟ ਰੀਜਨ 'ਚ ਤਾਂ ਕਿ ਸਿੱਖ ਧਰਮ ਦੀ ਪ੍ਰੋਪੋਗੇਸ਼ਨ ਹੋ ਸਕੇ। ਫਿਰ ਉਹਨਾਂ ਨੇ ਫੂਲ ਨੂੰ ਵੀ ਬਲੈਸ ਕੀਤਾ ਸੀ। ਇਹ ਜਿਹੜਾ ਫੂਲ ਸੀ ਇਹ ਫਾਊਂਡਰ ਸੀਗਾ ਜਿਹੜੀ ਡਾਇਨੈਸਟੀਜ਼ ਹੋਈਆਂ ਨੇ ਆਪਣਾ ਪਟਿਆਲਾ, ਨਾਭਾ, ਜਿੰਦ। ਤਾਂ 1947 ਤੱਕ ਇੱਥੇ ਜਿਹੜੀ ਡਾਇਨੈਸਟੀਜ਼ ਚੱਲੀਆਂ, ਈਵਨ ਬ੍ਰਿਟਿਸ਼ ਪੀਰੀਅਡ 'ਚ ਜਿਹੜੇ ਰਾਜੇ ਸੀਗੇ, ਪਟਿਆਲਾ ਰਿਆਸਤ ਸੀਗੀ ਜਿਹੜੀ, ਉਹ ਫੂਲ ਦੇ ਹੀ ਅੱਗੇ ਜਿਹੜੇ ਹੈਗੇ ਸੀ ਲੀਨੀਏਜ ਤੋਂ ਆਉਂਦੇ ਨੇ, ਉਹਨਾਂ ਦੇ ਹੀ ਅੱਗੇ ਵੰਸ਼ਜ ਸੀਗੇ। ਤਾਂ ਫੂਲ ਨੂੰ ਇਹਨਾਂ ਨੇ ਕੀ ਕੀਤਾ ਸੀ, ਬਲੈਸ ਕੀਤਾ ਸੀ, ਆਸ਼ੀਰਵਾਦ ਦਿੱਤਾ ਸੀ। ਇਹਨਾਂ ਦੇ ਟਾਈਮ ਪੀਰੀਅਡ 'ਚ ਇੱਕ ਹੋਰ ਘਟਨਾ ਹੋਈ। ਔਰੰਗਜ਼ੇਬ ਜਿਹੜਾ ਹੈਗਾ ਉਹ ਮੁਗਲ ਐਮਪਰਰ ਬਣਿਆ ਤੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਸੰਮਨ ਵੀ ਕੀਤਾ। ਉਹਦਾ ਕਾਰਨ ਇਹ ਸੀਗਾ ਵੀ ਉਹ ਕਾਫੀ ਨਾਰਾਜ਼ ਸੀ ਕਿਉਂਕਿ ਗੁਰੂ ਜੀ ਨੇ ਦਾਰਾ ਸ਼ਿਕੋ ਨੂੰ ਆਸ਼ੀਰਵਾਦ ਦਿੱਤਾ ਸੀ। ਅਸਲ 'ਚ ਦਾਰਾ ਸ਼ਿਕੋ ਵੀ ਮੁਗਲ ਐਮਪਰਰ ਦੀ ਜਿਹੜੀ ਗੱਦੀ ਆ ਉਹਦਾ ਹੱਕਦਾਰ ਸੀ, ਤੇ ਦਾਰਾ ਸ਼ਿਕੋ ਵੀ ਉਹਦਾ ਔਰੰਗਜ਼ੇਬ ਦਾ ਭਾਈ ਸੀਗਾ। ਇਹ ਦੋਨੋਂ ਭਰਾ ਸੀ ਇਹ ਦੋਨੋਂ ਭਰਾ ਹੀ ਮੁਗਲ ਐਮਪਰਰਸ਼ਿਪ ਲਈ ਲੜ ਰਹੇ ਸੀਗੇ। ਔਰੰਗਜ਼ੇਬ ਨੂੰ ਇਹ ਗੱਲ ਨਹੀਂ ਪਸੰਦ ਆਈ ਵੀ ਦਾਰਾ ਸ਼ਿਕੋ ਨੂੰ ਬਲੈਸ ਕੀਤਾ ਸੀ ਗੁਰੂ ਜੀ ਨੇ। ਤੇ ਜਦੋਂ ਸੰਮਨ ਕੀਤਾ ਗੁਰੂ ਹਰਿਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜਿਆ। ਤਾਂ ਗੁਰੂ ਹਰਿਰਾਏ ਜੀ ਸੀਗੇ, ਗੁਰੂ ਹਰਿਰਾਏ ਜੀ ਦੇ 2 ਪੁੱਤਰ ਨੇ, ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਰਾਮ ਰਾਏ ਜੀ। ਤਾਂ ਰਾਮ ਰਾਏ ਨੂੰ ਇਹਨਾਂ ਨੇ ਭੇਜਿਆ ਸੀਗਾ ਵੀ ਉਹ ਔਰੰਗਜ਼ੇਬ ਨਾਲ ਗੱਲਬਾਤ ਕਰ ਸਕਣ। ਪਰ ਉੱਥੇ ਜਾ ਕੇ ਰਾਮ ਰਾਏ ਨੇ ਕੀ ਕੀਤਾ, ਡਿਫੈਂਡ ਕਰਨ ਦੀ ਬਜਾਏ ਇਹ ਕਿਹਾ ਵੀ ਆਦਿ ਗ੍ਰੰਥ 'ਚ ਕੁਛ ਬਾਣੀ ਗਲਤੀ ਨਾਲ ਮਿਸਪ੍ਰਿੰਟ ਹੋ ਗਈ ਹੈ ਜਾਂ ਮਿਸਪੈਲਿੰਗ ਹੋ ਗਏ ਨੇ, ਕਿਉਂਕਿ ਔਰੰਗਜ਼ੇਬ ਨੇ ਇਤਰਾਜ਼ ਜ਼ਾਹਿਰ ਕੀਤਾ ਵੀ ਕੁਝ ਜਿਹੜੀਆਂ ਪੰਕਤੀਆਂ ਨੇ ਉਹ ਮੁਸਲਿਮ ਸਮੁਦਾਇ ਦੇ ਅਗੇਂਸਟ